22 ਸੈਕਸ਼ਨਸ ਰਿਪੀਲ ਕੀਤੀਆਂ ਨੇ, ਲਗਭਗ 175 ਦੇ ਕਰੀਬ ਨਵੀਆਂ ਚੇਂਜਸ ਲੈ ਕੇ ਆ ਰਹੇ ਨੇ। ਉਹਦੇ ਵਿੱਚ ਜਿਹੜਾ ਕਿਸੇ ਨੂੰ ਲਾਰਾ ਲਾਉਣਾ ਵਿਆਹ ਦਾ ਤੇ ਕਿਸੇ ਨੂੰ ਲਾਰੇ ਲੱਪੇ ਲਾ ਕੇ ਜੌਬ ਦਾ ਕਰਨਾ, ਉਹ 'ਚ 7 ਸਾਲ ਸਜ਼ਾਵਾਂ ਤੋਂ ਲੈ ਕੇ ਲਾਈਫ ਤੇ ਅੱਗੇ ਤੱਕ ਵੀ ਦੀਆਂ ਸਜ਼ਾਵਾਂ ਜਿਹੜੀਆਂ ਨੇ ਸੈਪਰੇਟ ਕਰ ਦਿੱਤੀਆਂ ਗਈਆਂ ਨੇ। ਜਿੱਦਾਂ ਕਿਤੇ ਵੀ ਤੁਸੀਂ ਕਹਿ ਲਓ ਰਾਈਟਸ ਹੁੰਦੇ ਨੇ, ਉੱਥੇ ਭੀੜ ਆ ਕੇ ਇੱਕ ਬੰਦੇ ਦਾ ਕਤਲ ਕਰ ਦਿੰਦੀ ਹੈ, ਉਹਦੇ ਵਿੱਚ ਵੀ ਇਹਨਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈ ਸਪੈਸੀਫਿਕਲੀ ਉਹ ਕਰ ਦਿੱਤੀ। ਅੱਗੇ ਹੁੰਦਾ ਕੀ ਸੀ ਵੀ ਕਿਸੇ ਛੋਟੀ ਬੱਚੀ ਦੇ ਨਾਲ ਕੋਈ ਗਲਤ ਕੰਮ ਹੋ ਗਿਆ, ਉਹ ਲੋਕ ਸੋਚਦੇ ਸੀ ਯਾਰ ਇਹਨੂੰ ਜਿਹੜਾ ਕਿ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਹ ਫਾਂਸੀ ਹੁਣ ਦਿੱਤੀ ਜਾ ਸਕੂਗੀ ਕਿਉਂਕਿ ਕੋਰਟ ਨੇ ਅੱਗੇ ਕੋਰਟ ਕੋਲ ਪ੍ਰੋਵੀਜ਼ਨਾਂ ਹੋਣਗੀਆਂ। ਕਈ ਬੱਚੇ ਸ਼ਿਕਾਰ ਹੋ ਗਏ, ਲੜਕੀਆਂ ਸ਼ਿਕਾਰ ਹੋ ਗਈਆਂ, ਲੇਡੀਜ਼ ਸ਼ਿਕਾਰ ਹੋ ਗਈਆਂ। ਉਹਨਾਂ ਨੂੰ ਹੁੰਦਾ ਸੀ ਯਾਰ ਵੀ ਸਾਡੇ ਵਾਸਤੇ ਸਭ ਤੋਂ ਵੱਡੀ ਜਿਹੜੀ ਮੁਸੀਬਤ ਹੈ ਪੁਲਿਸ ਸਟੇਸ਼ਨ ਜਾਣਾ, ਉਸ ਤੋਂ ਉੱਪਰ ਦੀ ਮੁਸੀਬਤ ਹੈ ਸਾਨੂੰ ਵੀ ਅਸੀਂ ਜਾ ਕੇ ਕੋਰਟਸ ਦੇ ਵਿੱਚ ਜਾ ਕੇ ਕੀ ਅਸੀਂ ਸਟੇਟਮੈਂਟ ਇਨ ਦੀ ਪ੍ਰੈਜ਼ੈਂਸ ਆਫ ਇੰਨੇ ਲੋਕ ਜਾਂ ਲਾਇਰਸ ਜਾਂ ਇੰਨੇ ਪੁਲਿਸ ਜਿਹੜੇ ਉੱਥੇ ਖੜਦੇ ਨੇ ਕਿ ਅਸੀਂ ਇਹ ਦੇ ਪਾਵਾਂਗੇ। ਇੱਕ ਵੱਡਾ ਸਵਾਲ ਸੀ। ਉਹਨਾਂ ਨੇ ਕਿਹਾ ਕਿ ਜੀ ਤੁਸੀਂ ਘਰੇ ਹੀ ਬੈਠੇ ਤੁਸੀਂ ਜਿਹੜੀ ਵੀਡੀਓ ਕਾਨਫਰੰਸਿੰਗ ਉਹਦੇ ਜ਼ਰੀਏ ਤੁਸੀਂ ਘਰ ਬੈਠ ਕੇ ਤੁਸੀਂ ਜਿਹੜੀ ਆਪਣੀ ਸਟੇਟਮੈਂਟ ਉਹ ਜਿਹੜੀ ਰਿਕਾਰਡ ਕਰਾ ਸਕੋਗੇ। ਉਹ ਕਹਿੰਦੇ ਕਿ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਨੇ ਇਹਨਾਂ ਤੇ ਫਸਟ ਪ੍ਰੈਫਰੈਂਸ ਰਹੇਗੀ ਕਿ ਆਪਾਂ ਇਹਨਾਂ ਦੇ ਉੱਪਰ ਜਿਹੜਾ ਲਾਅ ਇਹਨੂੰ ਇੰਟਰੋਡਿਊਸ ਕਰਾਵਾਂਗੇ ਕਿ ਜਦੋਂ ਤੁਹਾਡੇ ਘਰੇ ਰੇਡ ਵੱਜੇਗੀ ਤਾਂ ਉਹ ਕਹਿੰਦੇ ਕਿ ਬਕਾਇਦਾ ਜਦੋਂ ਸਰਚ ਕਰਾਂਗੇ ਘਰ ਨੂੰ ਤਾਂ ਉਹ ਬਕਾਇਦਾ ਸਾਰੀ ਵੀਡੀਓਗ੍ਰਾਫੀ ਜਿਹੜੀ ਉਹ ਰਿਕਾਰਡ ਕੀਤੀ ਜਾਏਗੀ ਔਰ ਉਸੇ ਵੀਡੀਓਗ੍ਰਾਫੀ ਨੂੰ ਤੁਹਾਡੇ ਕੇਸ ਪ੍ਰਾਪਰਟੀ ਦੇ ਨਾਲ ਅਟੈਚ ਕੀਤਾ ਜਾਏਗਾ। ਜਿਹੜੀ ਡਿਲੀਵਰੀ ਆਫ ਜੱਜਮੈਂਟ ਹੈ ਉਹ ਤੁਹਾਨੂੰ 30 ਦਿਨ ਦੇ ਵਿੱਚ ਬਾਉਂਡ ਕਰਤਾ ਹੈ। ਔਰ ਪੁਲਿਸ ਨੂੰ ਹਦਾਇਤਾਂ ਕੀ ਨੇ ਕਿ ਤੁਸੀਂ ਪਰਚੇ ਤੋਂ ਲੈ ਕੇ ਡਿਜੀਟੇਸ਼ਨ ਜਿਹੜਾ ਲੈਪਟਾਪ ਛੋਟੇ ਲੈਪਟਾਪ ਕਹਿ ਲਓ, ਟੈਬਸ ਕਹਿ ਲਓ, ਇਹ ਹੁਣ ਆਪਾਂ ਪੁਲਿਸ ਦੇ ਹੱਥ 'ਚ ਦੇਖਾਂਗੇ। ਜਿਹੜਾ ਗੈਂਗ ਰੇਪ ਸੀ ਉਹਦੇ ਵਿੱਚ ਅੱਗੇ ਮੈਕਸਿਮਮ ਲਾਈਫ ਸੀ, ਉਹਦੇ 'ਚ ਉਹਨਾਂ ਨੇ ਹੁਣ ਜਿਹੜੀ ਕਰ ਦਿੱਤੀ ਹੈ ਉਹ ਉਹਨਾਂ ਨੇ ਡੈਥ ਪੈਨਲਟੀ ਜਿਹੜੀ ਹੈ ਉਹ ਪੌਕਸੋ ਬੱਚਿਆਂ ਵਾਲੇ 'ਚ ਕੀਤੀ ਹੈ ਤੇ ਇਹਦੇ ਵਿੱਚ 20 ਸਾਲ ਦੀ ਸਜ਼ਾ ਜਿਹੜੀ ਗੈਂਗ ਰੇਪ ਦੇ ਵਿੱਚ ਉਹ 20 ਸਾਲ ਕਰ ਦਿੱਤੀ। ਹੁਣ ਕੀ ਹੈ ਕਿ 302 101 'ਚ ਪੜੀ ਜਾਏਗੀ, ਜਿਹੜੀ 306 ਸੀ ਉਹ 106 'ਚ ਤੇ ਜਿਹੜੀ 307 ਸੀ ਉਹ 107 ਦੇ ਵਿੱਚ। ਇਹ ਧਰਾਵਾਂ ਜਿਹੜੀਆਂ ਨੇ ਭਾਜੀ ਸਾਰਾ ਸੈਟਅਪ ਜਿਹੜਾ ਉਹ ਚੇਂਜ ਹੋ ਚੁੱਕਿਆ ਹੈ। ਮੰਨ ਲਓ ਕੁਝ ਲੋਕ ਅੱਜ ਮੇਰੇ ਨਾਲ ਠੱਗੀ ਮਾਰਦੇ, ਭਾਵੇਂ ਉਹ ਵੱਡੇ ਅਕਿਊਜ਼ਡ ਨੇ, ਦੋਸ਼ੀ ਨੇ, ਕੋਈ ਵੱਡਾ ਜੁਰਮ ਕਰਕੇ ਸਾਡੇ ਇਸ ਮੁਲਕ ਤੋਂ ਉਹ ਬਾਹਰ ਨਿਕਲੇ, ਭਾਵੇਂ ਕਿਸੇ ਮੁਲਕ 'ਚ ਚਲੇ। ਹੁਣ ਤੱਕ ਕੀ ਸੀ ਵੀ ਉਹਨੂੰ ਪੀਓ ਕਾਰਵਾਈਆਂ ਪੈ ਰਹੀਆਂ ਨੇ, ਪੀਓ ਡਿਕਲੇਅਰ ਹੋ ਜਾਏਗਾ, ਫਾਈਲ ਜਿਹੜੀ ਹੈ ਉਹ ਸਿਰਫ ਮੈਜਿਸਟ੍ਰੇਟ ਦੇ ਕੋਲ ਹੀ ਕੰਸਾਈਨ ਰੂਮ ਦੇ ਵਿੱਚ ਚਲੇ। ਹੁਣ ਇਹਨਾਂ ਨੇ ਕੀ ਕਰਤਾ ਕਿ ਨਹੀਂ, ਜਿਹੜਾ ਬੈਸਟ ਪਾਰਟ ਹੈ ਕਿ ਉਹਦੇ ਖਿਲਾਫ ਬਕਾਇਦਾ ਟ੍ਰਾਇਲ ਵੀ ਚੱਲੇਗਾ, ਐਕਸ ਪਾਰਟੀ ਟ੍ਰਾਇਲ ਤੇ ਐਕਸ ਪਾਰਟੀ ਕਨਵਿਕਸ਼ਨ ਸਜ਼ਾ, ਸੋ ਉਹਨੂੰ ਸਜ਼ਾ ਵੀ ਸੁਣਾਈ ਜਾਏਗੀ। ਯਾਨੀ ਕਿ ਜੇ ਸਜ਼ਾ ਹੋਗੀ ਕੱਲ੍ਹ ਨੂੰ ਉਹਨੂੰ ਤਾਂ ਚਾਹੇ ਉਹ ਕਿਸੇ ਦੇਸ਼ ਚਾਹੇ ਕਿਸੇ ਥਾਂ 'ਤੇ ਉਹਨੂੰ ਆਉਣਾ ਹੀ ਪਊਗਾ ਵਾਪਸ, ਯਾਨੀ ਕਿ ਜਾਂ ਫਿਰ ਉਹ ਦੇਸ਼ ਵਾਪਸ ਉਹਨੂੰ ਭੇਜੂਗਾ। ਮੰਨ ਲਓ ਸਜ਼ਾ 3 ਸਾਲ ਹੋ ਗਈ ਤਾਂ ਜਦੋਂ ਉਹ ਬੰਦਾ ਹੁਣ ਬਾਹਰੋਂ ਆਉਣ ਇੰਡੀਆ ਬਾਰੇ ਸੋਚੇਗਾ ਤਾਂ ਉਹਨੂੰ ਫਸਟ ਪਹਿਲਾਂ ਸਰੈਂਡਰ ਕਰਨਾ ਪਏਗਾ ਤੇ ਪਹਿਲਾਂ ਉਹਨੂੰ ਜੇਲ੍ਹ 'ਚ ਜਾਣਾ ਹੀ ਪਏਗਾ। ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਆਮ ਜ਼ਿੰਦਗੀ ਦੇ ਵਿੱਚ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਹੁੰਦੀ ਆ ਤਾਂ ਉਹਦੇ ਵਿੱਚ ਹੁਣ ਇੱਕ ਗੱਲ ਸਮਝਣੀ ਹੋਊ, ਇਹ ਤਮਾਮ ਉਹਨਾਂ ਲੋਕਾਂ ਵਾਸਤੇ, ਕਈ ਤਾਂ ਲੋਕ ਜਾਣਬੁੱਝ ਕੇ ਤੇ ਕਈ ਜਿਹੜੇ ਅਣਜਾਣਪੁਣੇ 'ਚ ਕਰਦੇ ਸੀ, ਹੁਣ ਉਹਨਾਂ ਨੂੰ ਵੀ ਕੋਈ ਰਿਆਇਤ ਨਹੀਂ ਮਿਲਣੀ ਕਿਉਂਕਿ ਇਸ ਵਾਰ ਜਿਹੜਾ ਮੋਦੀ ਸਰਕਾਰ ਨੇ ਕਾਨੂੰਨ ਪਾਸ ਕਰੇ ਨੇਗੇ ਤੇ ਹਾਲਾਂਕਿ ਆਉਂਦੇ ਦਿਨਾਂ 'ਚ ਉਹ ਅੱਗੇ ਇੰਪਲੀਮੈਂਟ ਹੁੰਦੇ ਵੀ ਦਿਖਣਗੇ ਤਾਂ ਉਹਨਾਂ ਦੇ ਵਿੱਚ ਜੇਕਰ ਆਮ ਤੌਰ ਤੇ ਅਸੀਂ ਦੇਖਦੇ ਸੀ ਵੀ ਜਦੋਂ ਮੁੰਡੇ ਕੁੜੀਆਂ ਆਪਸ 'ਚ ਗੱਲਾਂ ਬਾਤਾਂ ਕਰਦੇ ਸੀ ਤਾਂ ਕਈ ਮੁੰਡੇ ਸ਼ਰਾਰਤ ਤੌਰ ਤੇ ਵੀ ਲਾ ਲਓ ਚਾਹੇ ਅਣਜਾਣਪੁਣੇ 'ਚ ਕਿ ਕੋਈ ਗੱਲ ਨਹੀਂ ਸੈਟਿੰਗ ਹੋ ਜੂਗੀ ਉਦੋਂ ਬਾਅਦ 'ਚ ਸਭ ਕੁਝ ਠੀਕ ਹੈ, ਜਿੱਥੇ ਵੀ ਝੂਠ ਬੋਲਤਾ ਤਾਂ ਕੱਲ੍ਹ ਨੂੰ ਬਹੁਤ ਵੱਡਾ ਨੁਕਸਾਨ ਤੇ ਜੇਲ੍ਹ ਕਿਵੇਂ ਹੋਊਗੀ ਉਹ ਤੁਹਾਨੂੰ ਹੁਣ ਦੱਸਾਂਗੇ ਵੀ। ਤੇ ਨਾਲ ਇਹ ਵੀ ਆ ਕਿ ਜਿੰਨੇ ਵੀ ਅਪਰਾਧ ਅਸੀਂ ਦੇਖਦੇ ਸੀ, ਕਿਸੇ ਛੋਟੀ ਬੱਚੀ ਦੇ ਨਾਲ ਕੋਈ ਗਲਤ ਕੰਮ ਹੋ ਗਿਆ, ਗੈਂਗ ਰੇਪ ਹੋ ਗਿਆ, ਉਹਨਾਂ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਜੇ ਕਹੀਏ ਜਿਹੜਾ ਆਉਂਦਾ ਸਮੇਂ ਦਾ ਕਾਨੂੰਨ ਆ ਬੇਹੱਦ ਸਖਤ ਹੈ। ਮੌਤ ਵਰਗੀਆਂ ਸਜ਼ਾਵਾਂ ਵੀ ਉਹਨਾਂ ਦੇ ਵਿੱਚ ਆ ਗਈਆਂ ਨੇ ਤੇ ਪੂਰਾ ਕਾਨੂੰਨੀ ਢਾਂਚਾ ਇੱਕ ਵਾਰੀ ਬਦਲਦਾ ਦਿਖਦਾ। ਇਹਦੇ 'ਚ ਉਹਨਾਂ ਲੋਕਾਂ ਨੂੰ ਵੀ ਦੇਖਣ ਵਾਲਾ ਹੈ ਕਿ ਜਿਹੜੇ ਲੋਕ ਹੈ ਹੀ ਜਿਵੇਂ ਕਹਿੰਦੇ ਨੇ ਕ੍ਰਾਈਮ ਪੇਸ਼ਾ, ਜਿਨ੍ਹਾਂ ਨੇ ਸੋਚੀ ਇਹ ਹੋਇਆ ਵੀ ਅਸੀਂ ਲਚਕੀਲੇਪਨ ਦਾ ਫਾਇਦਾ ਉਠਾਵਾਂਗੇ, ਬਚ ਜਾਾਂਗੇ, ਹੁਣ ਬਚਣ ਵਾਲੇ ਰਾਹ ਬੰਦ ਹੋਣ ਲੱਗੇ ਨੇ। ਤੇ ਘੁੰਮਣ ਫਿਰਨ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਕੀ ਚੀਜ਼ਾਂ ਹੁਣ ਬਦਲ ਲੱਗੀਆਂ ਨੇ ਕਿਉਂਕਿ ਜਿਹੜੀਆਂ ਆਹ ਜਿਵੇਂ ਹੁਣ ਹੱਥ 'ਚ ਇਹਨਾਂ ਨੇ ਮੋਟੀ ਕਿਤਾਬ ਰੱਖੀ ਹੈ ਤੇ ਵਕੀਲਾਂ ਦੀ ਸ਼ਾਨ ਉਹ ਕਿਤਾਬਾਂ ਦੇਖੀਆਂ ਜਾਂਦੀਆਂ ਸੀ, ਉਹ ਵੀ ਕਹਿ ਸਕਦੇ ਹਾਂ ਹੁਣ ਬਦਲਦੇ ਰੂਪ ਦੇ ਵਿੱਚ ਹੋਣਗੀਆਂ। ਘੁੰਮ ਸਾਹਿਬ ਦੇਖੀਏ ਜਿਹੜਾ ਸਿਸਟਮ ਬਦਲ ਰਿਹਾ ਹੁਣ ਨਵੇਂ ਸਮੇਂ ਦੇ ਵਿੱਚ ਨਵੀਆਂ ਗੱਲਾਂ ਬਾਤਾਂ, ਤਾਂ ਜਿਹੜੀ ਗੱਲ ਜੇ ਗੱਲ ਕਰੀਏ ਸ਼ੁਰੂਆਤ ਆਮ ਜ਼ਿੰਦਗੀ 'ਚ ਆਮ ਦਿਨਾਂ 'ਚ ਅਸੀਂ ਦੇਖਦੇ ਹਾਂ ਮੁੰਡੇ ਕੁੜੀਆਂ ਝੂਠ ਬੋਲਦਾ ਹੁੰਦੇ ਇੱਕ ਦੂਜੇ ਨੂੰ, ਮੈਂ ਫਲਾਣਾ ਲੱਗਿਆ ਹੋਇਆ, ਧਮਕਾ ਲੱਗਿਆ ਹੋਇਆ, ਕੁੜੀ ਦਾ ਕਈ ਤਾਂ ਨਜਾਇਜ਼ ਫਾਇਦਾ ਉਠਾਉਂਦੇ ਨੇ, ਕਈ ਤਾਂ ਚਲੋ ਵਿਆਹ ਤੱਕ ਵੀ ਚੱਲ ਜਾਂਦੇ ਨੇ। ਹੁਣ ਉਹ ਇੰਨਾ ਕੁ ਜੇ ਕਹੀਏ ਕਿ ਇਹ ਹਾਸੀ ਮਜ਼ਾਕ 'ਚ ਬੋਲਿਆ ਝੂਠ ਕਿੰਨਾ ਭਾਰੀ ਪੈ ਸਕਦਾ? ਮੈਂ ਸਮਝ ਜੀ ਸਟਾਰਟ ਪਹਿਲਾਂ ਥੋੜਾ ਜਿਹਾ ਇਹਦਾ ਵੇਰਵਾ ਦੇ ਦਿੰਦਾ ਵੀ ਹੁਣ ਕੀ ਜਾ ਰਿਹਾ ਹੈ ਨਾ, ਫਿਰ ਸਟੈਪ ਬਾਏ ਸਟੈਪ ਕਰਕੇ ਆਪਾਂ ਅੱਗੇ ਆਉਂਦੇ ਹਾਂ।
ਦੇਖੋ, 3 ਕਾਨੂੰਨ ਜਿਹੜੇ ਨੇ, ਜਿਹੜਾ ਕ੍ਰਿਮੀਨਲ ਜਸਟਿਸ ਸਾਡਾ ਜਿਹੜਾ ਦੇਸ਼ ਦਾ ਢਾਂਚਾ ਹੈ, ਜਿਹੜਾ ਉਹਦੇ ਮੁਤਾਬਕ ਚੱਲ ਰਿਹਾ ਹੈ, ਉਹਦੇ 'ਚ ਆਈਪੀਸੀ, ਸੈਕੰਡ ਸਾਡਾ ਸੀਆਰਪੀਸੀ, ਥਰਡ ਆਉਂਦਾ ਜੀ ਇੰਡੀਅਨ ਐਵੀਡੈਂਸ ਐਕਟ। ਹੁਣ ਸੁਮੀਤ ਜੀ, ਇੱਥੇ ਇੱਕ ਬੜੀ ਮਜ਼ੇਦਾਰ ਗੱਲ ਹੈ, ਉਹ ਇਹ ਹੈ ਕਿ 1858 ਦੇ ਵਿੱਚ ਆਈਪੀਸੀ ਬਣੀ ਹੈ। ਇੰਡੀਅਨ ਐਵੀਡੈਂਸ ਜਿਹੜਾ ਐਕਟ ਹੈ ਲਗਭਗ ਉਸੇ ਦਹਾਕੇ 'ਚ ਬਣਿਆ ਹੋਇਆ ਹੈ। ਹੁਣ ਪੌਣੇ 200 ਸਾਲ ਗੁਜ਼ਰ ਜਾਂਦੇ ਨੇ। ਇਹ ਗੋਰਿਆਂ ਨੇ ਸੈਟਅਪ ਕੀਤਾ ਸੀ। ਗੋਰੇ ਵੀ ਸਾਡਾ ਜਿਹੜਾ ਦੇਸ਼ ਹੈ, ਅਸੀਂ ਉਹਨਾਂ ਤੋਂ ਖੋਲਿਆ, ਆਜ਼ਾਦੀ ਲੈ ਲਈ। 47 ਆਉਂਦੀ ਹੈ, 47 ਦੇ ਵਿੱਚ ਆ ਕੇ ਕੌਨਸਟੀਟਿਊਸ਼ਨ ਤਾਂ ਅਸੀਂ ਸੈਟਅਪ ਕਰਵਾ ਲਿਆ, ਹੋ ਗਿਆ ਸਾਡੇ ਦੇਸ਼ ਦਾ ਢਾਂਚਾ, ਕੌਨਸਟੀਟਿਊਸ਼ਨ ਦਾ ਸੈਟਅਪ ਦੁਬਾਰਾ ਹੁੰਦਾ ਹੈ। ਬਟ ਜਿਹੜੇ ਇਹ ਐਕਟ ਨੇ ਜਿਨ੍ਹਾਂ ਦੇ ਤਹਿਤ ਸਾਡਾ ਕ੍ਰਿਮੀਨਲ ਕੋਰਟਸ ਚੱਲਦੀਆਂ ਨੇ ਜਾਂ ਅਪਰਾਧ ਜਿਹੜਾ ਹੈ ਉਹਨਾਂ ਨੂੰ ਕਵਰ ਕਰਦੀਆਂ ਨੇ ਸੈਕਸ਼ਨਸ, ਉਹ ਅਸੀਂ ਐਜ਼ ਇਟ ਇਜ਼ ਫਾਲੋ ਕਰਦੇ ਰਹੇ। ਕੁਝ ਕੁ ਸੋਧਾਂ ਜਿਹਨੂੰ ਅਸੀਂ ਅਮੈਂਡਮੈਂਟਸ ਕਹਿੰਦੇ ਆ, ਉਹ ਸਿਰਫ ਨਾਲ ਦੇ ਨਾਲ ਚੱਲਦੀਆਂ ਰਹੀਆਂ। ਸੋ ਹੁਣ ਪੌਣੇ 200 ਸਾਲ ਦੀ ਵੇਟ ਤੋਂ ਬਾਅਦ ਇਹ ਜਿਹੜੇ ਨਵੇਂ ਕਾਨੂੰਨ ਨੇ ਉਹ ਲੈ ਕੇ ਮੋਦੀ ਸਰਕਾਰ ਨੇ ਲੋਕ ਸਭਾ ਦੇ ਵਿੱਚ ਰੱਖੇ ਨੇ, ਪ੍ਰੈਜ਼ੈਂਟ ਕੀਤੇ ਨੇ ਬਿੱਲ। ਉਹਦੇ ਵਿੱਚ ਆਈਪੀਸੀ ਜਿਹੜੀ ਸੀਗੀ, ਸਾਡੇ ਦੇਸ਼ ਦਾ ਜਿਹੜਾ ਢਾਂਚਾ ਜਿਹੜਾ ਚੱਲਦਾ ਸੀ, ਉਹਨੂੰ ਹੁਣ ਇਨ ਪਲੇਸ ਆਫ ਰਿਪਲੇਸ ਕੀਤਾ ਹੈ ਇਹਨਾਂ ਨੇ ਭਾਰਤੀ ਨਿਆਏ ਸੰਹਿਤਾ ਦੇ ਥੱਲੇ 2023। ਉਹਦੇ ਵਿੱਚ ਮੈਂ ਤੁਹਾਨੂੰ ਜ਼ਿਆਦਾ ਬਰੀਕੀ 'ਚ ਨਹੀਂ ਜਾਊਂਗਾ ਕਿਉਂਕਿ ਬੜੇ ਟੈਕਨੀਕਲੀ ਨੇ। ਉਹਦੇ ਵਿੱਚ ਕੁਝ 8 ਕੁ ਜਿਹੜੀਆਂ ਉਹਦੀਆਂ ਸੈਕਸ਼ਨਸ ਨੇ, 22 ਸੈਕਸ਼ਨਸ ਰਿਪੀਲ ਕੀਤੀਆਂ ਨੇ। ਲਗਭਗ 175 ਦੇ ਕਰੀਬ ਨਵੀਆਂ ਚੇਂਜਿਸ ਲੈ ਕੇ ਆ ਰਹੇ ਨੇ ਉਹਦੇ ਵਿੱਚ। ਤੇ ਸਰਲ ਭਾਸ਼ਾ ਦੇ ਵਿੱਚ 511 ਪ੍ਰੋਵੀਜ਼ਨ ਸੀ ਜਿਹੜੀ 올ਡ ਵਾਲੀ ਆਈਪੀਸੀ ਸੀ। ਹੁਣ ਜਿਹੜੀ ਨਵੀਂ ਆਈਪੀਸੀ ਲੈ ਕੇ ਆ ਰਹੇ ਨੇ, ਜਿਹੜਾ ਆਈਪੀਸੀ ਨਹੀਂ ਮੈਂ ਕਹੂੰਗਾ, ਭਾਰਤੀ ਨਿਆਈ ਜਿਹੜੀ ਸੰਹਿਤਾ ਹੈ, ਉਹਦੇ ਵਿੱਚ ਲਗਭਗ ਆਪਣਾ ਸੁਮਿਤ ਜੀ 356 ਜਿਹੜੇ ਨੇ ਉਹ ਘਟਾ ਕੇ ਪ੍ਰੋਵੀਜ਼ਨਸ ਲੈ ਕੇ ਆਏ ਨੇ। ਇੱਦਾਂ ਹੀ ਜਿਹੜੀ ਸੀਆਰਪੀਸੀ, ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਹਾਂ, ਫਿਰ ਆਪਾਂ ਇਕੱਲੇ ਬਾਰੇ ਆਪਾਂ ਖੋਲਾਂਗੇ ਵੀ ਕਿਹੜਾ ਕਾਨੂੰਨ ਕਿੱਦਾਂ ਦਾ। ਸਾਡੀ ਕੋਸ਼ਿਸ਼ ਰਹੇਗੀ ਕਿ ਸਾਡੇ ਜਿਹੜੇ ਆਮ ਸਾਡੇ ਲੋਕ ਨੇ ਜਿਹੜੇ ਉਹ ਅਵੇਅਰ ਹੋਣ, ਉਹਨਾਂ ਨੂੰ ਪਤਾ ਲੱਗੇ ਵੀ ਇਹ ਕਾਨੂੰਨ ਆ ਕੀ ਰਿਹਾ ਹੈ। ਸੈਕੰਡ ਸਾਡਾ ਸੀ ਸੀਆਰਪੀਸੀ। ਸੀਆਰਪੀਸੀ ਨੂੰ ਇਹਨਾਂ ਨੇ ਹੁਣ ਨਵਾਂ ਜਿਹੜਾ ਨਾਮ ਦੇ ਦਿੱਤਾ, ਉਹ ਦਿੱਤਾ BNSS। ਇਹ ਹੈਗਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ। ਸੋ ਇਹਦੇ ਮੁਤਾਬਕ ਇਹਨਾਂ ਨੇ 533 ਪ੍ਰੋਵੀਜ਼ਨਸ ਰੱਖੇ ਨੇ ਸੀਆਰਪੀਸੀ ਦੇ ਵਿੱਚ। ਸੋ ਵਾਧਾ ਘਾਟਾ ਕੀ, ਉਹਦੇ 'ਚ ਕੁਝ ਰਿਪੀਲ ਕੀਤੀਆਂ ਨੇ, ਕੁਝ ਨਵੀਆਂ ਨੇ, ਕੁਝ ਚੇਂਜ ਕੀਤੀਆਂ ਨੇ, ਪ੍ਰਪੋਜ਼ ਕੀਤਾ ਹੈ। ਤੀਜਾ ਸਾਡਾ ਸੀ ਇੰਡੀਅਨ ਐਵੀਡੈਂਸ ਐਕਟ। ਜਿਹੜਾ ਇੰਡੀਅਨ ਐਵੀਡੈਂਸ ਐਕਟ ਸੀਗਾ, ਉਹਦੇ ਵਿੱਚ ਇਹਨਾਂ ਨੇ ਨਵਾਂ ਉਹਨੂੰ ਜਿਹੜਾ ਨਾਮ ਦਿੱਤਾ ਹੈ, ਉਹ ਇਹਨਾਂ ਨੇ ਭਾਰਤੀ ਸੰਹਿਤਾ ਦਾ ਕਰਕੇ ਨਾਮ ਨਵਾਂ ਦਿੱਤਾ ਹੈ। ਸੋ ਇਹ ਜਿਹੜੇ 3 ਐਕਟ ਨੇ ਉਹਦੇ 'ਚ 170 ਟੋਟਲ ਪ੍ਰੋਵੀਜ਼ਨ ਨੇ, ਇੱਕ ਨਵਾਂ ਲੈ ਕੇ ਆਏ ਨੇ। ਸੋ ਹੁਣ ਗੱਲ ਨੂੰ ਆਪਾਂ ਸ਼ਾਰਟ ਕਰੀਏ, ਇਹਦੇ ਹਾਈਲਾਈਟਸ ਕੀ ਨੇ, ਆਪਾਂ ਉਹਦੇ ਤੇ ਥੋੜ੍ਹਾ ਜਿਹਾ ਡਿਸਕਸ ਕਰ ਲਈਏ। ਜਿਹੜਾ ਤੁਸੀਂ ਮੈਨੂੰ ਪਹਿਲਾਂ ਹੀ ਮੈਨੂੰ ਇੱਕ ਸਵਾਲ ਪੁੱਛਿਆ ਕਿ ਜਿਹੜਾ ਕਿਸੇ ਨੂੰ ਲਾਰਾ ਲਾਉਣਾ ਵਿਆਹ ਦਾ, ਆਪਾਂ ਕਿਸੇ ਨੂੰ ਜੇ ਅਸੀਂ ਜੌਬ ਦਵਾਵਾਂਗੇ, ਸੋ ਉਹਦੇ ਵਿੱਚ ਹੁਣ ਉਹਨਾਂ ਨੇ ਸੈਪਰੇਟ ਕਰਤਾ। ਅੱਗੇ ਕੀ ਹੁੰਦਾ ਸੀ ਸਰਮੀਤ ਜੀ, ਸੁਣਿਓ ਆਪਣਾ, ਸਾਡਾ ਅੱਗੇ ਵੀ ਸੀਗਾ ਇਹ, ਬਿਲਕੁਲ ਸੀਗਾ ਜੀ, ਪਰ ਅੱਗੇ ਹੁੰਦਾ ਕੀ ਸੀ, 376 ਰੇਪ ਸੀ। ਆ ਜਾ ਕੇ ਪੁਲਿਸ ਦੇ ਕੋਲ ਜਿੰਨਾ ਕੋ ਪ੍ਰੋਵੀਜ਼ਨ ਬਚਦਾ ਸੀ, ਉਹਦੇ ਵਿੱਚ ਹੀ 376 'ਚ ਗਾਏ ਬਗਾਏ, ਜਿਹਨੂੰ ਆਪਾਂ ਡਾਇਰੈਕਟਲੀ ਇਨਡਾਇਰੈਕਟਲੀ ਕਹਿ ਦਿੰਦੇ ਆ, ਇਹ ਉਹਦੇ 'ਚ ਫਾਲ ਕਰਾ ਦਿੰਦੇ ਸੀ। ਬਟ ਜਿਹੜੇ ਹੁਣ ਨਵੇਂ ਕਾਨੂੰਨ ਨੇ, ਉਹਦੇ ਵਿੱਚ ਜਿਹੜਾ ਕਿਸੇ ਨੂੰ ਲਾਰਾ ਲਾਉਣਾ ਵਿਆਹ ਦਾ ਤੇ ਕਿਸੇ ਨੂੰ ਲਾਰੇ ਲੱਪੇ ਲਾ ਕੇ ਜੌਬ ਦਾ ਕਰਨਾ, ਉਹ 'ਚ 7 ਸਾਲ ਸਜ਼ਾਵਾਂ ਤੋਂ ਲੈ ਕੇ ਲਾਈਫ ਤੇ ਅੱਗੇ ਤੱਕ ਵੀ ਇਹਦੀਆਂ ਸਜ਼ਾਵਾਂ ਜਿਹੜੀਆਂ ਨੇ ਸੈਪਰੇਟ ਕਰ ਦਿੱਤੀਆਂ ਗਈਆਂ ਨੇ। ਔਰ ਇੱਕ ਚੀਜ਼ ਜਿਹੜੀ ਹੈ ਮੌਬ ਲਿੰਚਿੰਗ ਕੀ ਸੀ ਕਿ ਭੀੜ ਦਾ ਹਿੱਸਾ ਲੈ ਕੇ ਕਿਸੇ ਬੰਦੇ ਦਾ ਜੇਕਰ ਕਤਲ ਹੁੰਦਾ ਹੈ ਤਾਂ ਉਹ ਅਲਟੀਮੇਟਲੀ ਬੰਦਾ ਬਰੀ ਹੋ ਜਾਂਦਾ ਸੀ, ਵੀ ਕਿਉਂਕਿ ਪਤਾ ਹੀ ਨਹੀਂ ਸੀ ਲੱਗਦਾ, ਕਿਉਂਕਿ ਨਾ ਤਾਂ ਉੱਥੇ ਕੋਈ ਗਵਾਹ ਬਣਦਾ ਸੀ। ਔਰ ਉਸ ਭੀੜ ਦਾ ਫਾਇਦਾ ਲੈ ਕੇ ਜਿੱਦਾਂ ਕਿਤੇ ਵੀ ਤੁਸੀਂ ਕਹਿ ਲਓ ਰਾਈਟਸ ਹੁੰਦੇ ਨੇ, ਉੱਥੇ ਭੀੜ ਆ ਕੇ ਇੱਕ ਬੰਦੇ ਦਾ ਕਤਲ ਕਰ ਦਿੰਦੀ ਹੈ। ਉਹਦੇ ਵਿੱਚ ਵੀ ਇਹਨਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈ ਸਪੈਸੀਫਿਕਲੀ ਉਹ ਕਰ ਦਿੱਤੀ। ਬਚ ਜਾਂਦੇ ਸੀ ਲੋਕ ਲਚਕੀਲੀਆਂ ਦੇ ਵਿੱਚ। ਇਹਦੇ 'ਚ ਜਗਮੋਹਨ ਸਾਹਿਬ ਦੇਖੀਏ, ਬਹੁਤ ਸਾਰੇ ਲੋਕ ਬਚ ਜਾਂਦੇ ਸੀ। ਜਿਵੇਂ ਹੁਣ ਇਹਨਾਂ ਨੇ ਜ਼ਿਕਰ ਕਰਿਆ ਵੀ 376 ਲੱਗ ਗਈ, ਜਦੋਂ ਲੌਂਗ ਟਰਮ ਦੇ ਵਿੱਚ ਕੋਰਟ 'ਚ ਉਹ ਚੀਜ਼ ਜਾਂਦੀ ਸੀਗੀ, ਉੱਥੇ ਕਿਤੇ ਨਾ ਕਿਤੇ ਜਿਵੇਂ ਕਹੀਏ ਤੁਹਾਡੇ ਵਰਗੀ ਵਕੀਲ ਸਾਹਿਬਾਨ ਜਾਂ ਫਿਰ ਜਿਹਨੇ ਵੀ ਆਪਦਾ ਮੁਵੱਕਲ ਨੂੰ ਬਚਾਉਣਾ ਹੈਗਾ, ਉਹ ਉੱਥੇ ਤੱਥ ਪੇਸ਼ ਕਰ ਦਿੰਦਾ ਸੀ। ਉਹ ਯਾਨੀ ਕਿ 376 ਵਾਲਾ ਕੰਮ ਡਾਊਨ ਹੋ ਜਾਂਦਾ ਸੀ, ਬੰਦਾ ਬਚ ਜਾਂਦਾ ਸੀ। ਯਾਨੀ ਕਿ ਜੇਕਰ ਹੁਣ ਇਹ ਜਿਹੜਾ ਸਪੈਸ਼ਲੀ ਤੌਰ ਤੇ ਜੇ ਕਹੀਏ ਕਿ ਹਲਕਾ ਵੀ ਆ ਮਾਮਲਾ, ਪਰ ਉਹਦੀਆਂ ਅਲੱਗ ਧਾਰਾਵਾਂ ਨੇ, ਉਹਦੇ 'ਚ ਉਹਨੂੰ ਸਖਤ ਸਜ਼ਾ ਹੋ ਸਕਦੀ ਹੈ। ਦੇਖੋ, ਮੈਂ ਗੱਲ ਇਹ ਕਰੂੰਗਾ ਕਿ ਇਸ ਜਿਹੜੇ 3 ਬਿੱਲ ਜਿਹੜੇ ਇੰਟਰੋਡਿਊਸ ਕਰਵਾਈ ਜਾ ਰਹੇ ਨੇ ਸੈਂਟਰ ਗਵਰਨਮੈਂਟ ਵੱਲੋਂ, ਇਹਦਾ ਬੇਸਿਕ ਜਿਹੜਾ ਇਹਦਾ ਫੰਡ ਹੈ ਉਹ ਆਪਾਂ ਬਿਲਕੁਲ ਕਲੀਅਰ ਲੈ ਕੇ ਚੱਲੀਏ। ਇੱਕ ਤਾਂ ਪਾਰਦਰਸ਼ਤਾ,
ਫੇਅਰਨੈਸ ਇਨਵੈਸਟੀਗੇਸ਼ਨ 'ਚ। ਜੇਕਰ ਇਨਵੈਸਟੀਗੇਸ਼ਨ ਫੇਅਰ ਹੁੰਦੀ ਹੈ ਤਾਂ ਉਹਦੀ ਜੱਜਮੈਂਟ ਜਿਹੜੀ ਕੋਈ ਵੀ ਮਾਣਯੋਗ ਜੱਜ ਡਿਸਾਈਡ ਕਰਦਾ ਕ੍ਰਿਮੀਨਲ ਜਸਟਿਸ, ਉਹਦੇ ਤੇ ਵੀ ਫੇਅਰ ਜੱਜਮੈਂਟ ਪਾਸ ਹੋਣ ਦਾ ਸਾਨੂੰ ਜਿਹੜਾ ਹੈ ਉਹ ਲੱਗ ਰਿਹਾ ਹੈ ਵੀ ਇਸ ਤਰੀਕੇ ਦੇ ਨਾਲ ਹੋਏਗਾ। ਹੁਣ ਦੂਜੀ ਗੱਲ, ਫੇਅਰ ਇਨਵੈਸਟੀਗੇਸ਼ਨ ਕਿਵੇਂ ਹੋਏਗੀ? ਦੇਖੋ, ਕੋਈ ਵੀ ਗੱਲ ਤੁਸੀਂ ਕੀਤੀ ਹੈ ਪੀੜਤ ਬੱਚਿਆਂ ਦੀ ਜਾਂ ਪੀੜਤ ਲੜਕੀਆਂ ਦੀ ਜਾਂ 376 ਦੀ ਆਪਾਂ ਗੱਲ ਕਰ ਰਹੇ ਹਾਂ, ਹੁਣ ਉਹਦੇ 'ਚ ਫੇਅਰ ਕਿਵੇਂ ਹੋਏਗੀ? ਉਹਨਾਂ ਨੇ ਇਹ ਕਰਤਾ ਕਿ ਜਿਹੜੀ ਵੀ ਤੁਸੀਂ ਸਟੇਟਮੈਂਟ, ਜਿਵੇਂ 164 ਦੇ ਬਿਆਨ ਕੋਰਟ 'ਚ ਹੁੰਦੇ ਨੇ ਸੀਆਰਪੀਸੀ ਦੇ ਮੁਤਾਬਕ, ਉਹ ਕਹਿੰਦੇ ਕਿ ਉਹ ਬਿਆਨ ਦੀ ਬਕਾਇਦਾ ਵੀਡੀਓਗ੍ਰਾਫੀ ਹੋਏਗੀ ਤੇ ਇੱਕ ਉਸ ਨੂੰ ਉੱਪਰ ਸਾਨੂੰ ਜਿਹੜੀ ਸਹੂਲਤ ਮਿਲ ਗਈ ਪੀੜਤ ਲੋਕਾਂ ਨੂੰ, ਉਹ ਇਹ ਮਿਲੀ ਹੈ ਕਿ ਤੁਸੀਂ ਮੋਸਟਲੀ ਜਿਹੜੇ ਵਿਕਟਮਸ ਹੁੰਦੇ ਸੀਗੇ, ਕਈ ਬੱਚੇ ਸ਼ਿਕਾਰ ਹੋ ਗਏ, ਲੜਕੀਆਂ ਸ਼ਿਕਾਰ ਹੋ ਗਈਆਂ, ਲੇਡੀਜ਼ ਸ਼ਿਕਾਰ ਹੋ ਗਈਆਂ, ਉਹਨਾਂ ਨੂੰ ਹੁੰਦਾ ਸੀ ਯਾਰ ਵੀ ਸਾਡੇ ਵਾਸਤੇ ਸਭ ਤੋਂ ਵੱਡੀ ਜਿਹੜੀ ਮੁਸੀਬਤ ਹੈ ਪੁਲਿਸ ਸਟੇਸ਼ਨ ਜਾਣਾ, ਉਸ ਤੋਂ ਉੱਪਰ ਦੀ ਮੁਸੀਬਤ ਹੈ ਸਾਨੂੰ ਵੀ ਅਸੀਂ ਜਾ ਕੇ ਕੋਰਟਸ ਦੇ ਵਿੱਚ ਜਾ ਕੇ ਕੀ ਅਸੀਂ ਸਟੇਟਮੈਂਟ ਇਨ ਦੀ ਪ੍ਰੈਜ਼ੈਂਸ ਆਫ ਇੰਨੇ ਲੋਕ ਜਾਂ ਲਾਇਰਸ ਜਾਂ ਇੰਨੇ ਪੁਲਿਸ ਜਿਹੜੇ ਉੱਥੇ ਖੜਦੇ ਨੇ ਕਿ ਅਸੀਂ ਇਹ ਦੇ ਪਾਵਾਂਗੇ। ਇੱਕ ਵੱਡਾ ਸਵਾਲ ਸੀ। ਸੁਮੀਤ ਜੀ, ਮੈਨੂੰ ਇਹ ਲੱਗਦਾ ਕਿ ਰੀਅਲੀ ਇਟਸ ਵੈਰੀ ਐਪਰੀਸ਼ੀਏਟੇਬਲ ਸਟੈਪਸ ਜਿਹੜੇ ਨੇ ਇਹ ਸੈਂਟਰ ਗੌਰਮੈਂਟ ਨੇ ਲਏ ਨੇ। ਉਹਨਾਂ ਨੇ ਕਿਹਾ ਕਿ ਜੀ ਤੁਸੀਂ ਘਰੇ ਹੀ ਬੈਠੇ ਤੁਸੀਂ ਜਿਹੜੀ ਵੀਡੀਓ ਕਾਨਫਰੰਸਿੰਗ ਉਹਦੇ ਜ਼ਰੀਏ ਤੁਸੀਂ ਘਰ ਬੈਠ ਕੇ ਤੁਸੀਂ ਜਿਹੜੀ ਆਪਣੀ ਸਟੇਟਮੈਂਟ ਉਹ ਜਿਹੜੀ ਰਿਕਾਰਡ ਕਰਾ ਸਕੋਗੇ। ਔਰ ਸੈਕਿੰਡ, ਉਹਨਾਂ ਨੇ ਇੱਕ ਚੀਜ਼ ਹੋਰ ਕਰਤੀ ਕਿ ਜਿਵੇਂ ਮੋਸਟਲੀ ਟ੍ਰਾਇਲਸ ਜਿਹੜੇ ਨੇ ਉਹ ਬੜੇ ਲਟਕ ਜਾਂਦੇ ਨੇ। ਆਪਾਂ ਨੂੰ ਪਤਾ ਲੱਗਦਾ ਯਾਰ ਟ੍ਰਾਇਲ ਚੱਲਦੇ ਨੂੰ ਤਾਂ 15 ਸਾਲਾਂ ਬਾਅਦ ਸਜ਼ਾ ਹੋਈ। ਮੋਸਟਲੀ ਜੇ ਅਸੀਂ ਪ੍ਰੈਕਟੀਕਲਟੀ 'ਚ ਜਾਵਾਂਗੇ, ਜੇ ਪ੍ਰੈਕਟੀਕਲਟੀ 'ਚ ਜਾਈਏ ਤਾਂ ਉਹਦੇ 'ਚ ਹੁੰਦਾ ਕੀ ਹੈ ਸੁਮੀਤ ਜੀ? ਮੋਸਟਲੀ ਪਤਾ ਲੱਗਦਾ ਜੀ ਕਿ ਅੱਜ ਕਸਟਡੀ ਨਹੀਂ ਆਈ, ਅੱਜ ਜਿਹੜੇ ਦੋਸ਼ੀ ਨੇ ਉਹ ਅੱਜ ਕੋਰਟ ਦੇ ਵਿੱਚ ਨਹੀਂ ਲੈ ਕੇ ਆ ਰਹੀ ਪੁਲਿਸ। ਕੋਈ ਭਾਵੇਂ ਰੀਜ਼ਨਸ ਭਾਵੇਂ ਉਹਨਾਂ ਦੀ ਲਾਈਫ ਐਂਡ ਲਿਬਰਟੀ ਦੇ ਨੇ, ਕੋਈ ਹੋਰ ਸਪੈਸੀਫਿਕ ਰੀਜ਼ਨਸ ਹੋ ਸਕਦਾ ਹੈ। ਉਹਦੇ 'ਚ ਉਹਨਾਂ ਨੇ ਇਹਨੂੰ ਵੀ ਥੋੜ੍ਹਾ ਸ਼ੋਰਟੈਸਟ ਵੇ ਅਡੋਪਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੀ ਅਸੀਂ ਕੋਈ ਵੀ ਬੰਦਾ ਜੇਕਰ ਚਾਹੁੰਦਾ ਹੈ, ਜਿਹੜਾ ਕਹਿੰਦਾ ਕਿ ਮੈਚ ਕਨਵੀਨੀਅੰਟ ਨਹੀਂ ਹੈਗਾ ਮੇਰੇ ਲਈ ਉੱਥੇ ਪਹੁੰਚਣਾ, ਉਹ ਕਹਿੰਦੇ ਜੀ ਤੁਸੀਂ ਵੀਡੀਓਗ੍ਰਾਫੀ ਜਿਹੜੀ ਹੈ ਵੀਡੀਓ ਕਾਨਫਰੰਸਿੰਗ, ਕਿ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਤੁਸੀਂ ਆਪਣੀ ਸਟੇਟਮੈਂਟ ਜਿਹੜੀ ਹੈ ਉਹ ਤੁਸੀਂ ਕਰਵਾ ਸਕਦੇ ਹੋ। ਸੈਕਿੰਡ, ਮੈਂ ਇਹਦੇ ਨਾਲ ਹੀ ਮੈਂ ਥੋੜ੍ਹਾ ਜਿਹਾ ਤੁਹਾਨੂੰ, ਮੈਨੂੰ ਲੱਗਦਾ ਵੀ ਪੁਆਇੰਟ ਬਹੁਤ ਵੱਡਾ ਹੈ। ਇੰਨਾ ਇੱਕ ਵੱਡਾ ਸਵਾਲ ਮੇਰੇ ਜ਼ਿਹਨ 'ਚ ਵੀ ਇਹ ਵੀ ਇਹਦੀ ਲੋੜ ਕੀ ਹੈ? ਆਪਣੇ ਸਾਰਿਆਂ ਦੀ ਸੀ ਵੀ ਜਦੋਂ ਇੰਡੀਅਨ ਐਵੀਡੈਂਸ ਐਕਟ ਵੀ ਸੀ, ਆਈਪੀਸੀ ਵੀ ਸੀ, ਸੀਆਰਪੀਸੀ, ਕੀ ਲੋੜ ਸੀ? ਦੇਖੋ 1860 'ਚ ਜਿਹੜੇ ਕਾਨੂੰਨ ਬਣੇ ਉਹ 19ਵੀਂ ਸਦੀ ਨੂੰ ਵਿਚਾਰ ਕੇ ਜਦੋਂ ਉਹੋ ਜਿਹੇ ਅਫੈਂਸ, ਜਦੋਂ ਉਹੋ ਜਿਹੇ ਹਾਲਾਤ ਸੀ, ਉਦੋਂ ਉਹਨਾਂ ਦੇ ਹਾਲਾਤਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਉਦੋਂ ਉਹ ਕਾਨੂੰਨ ਘੜੇ ਗਏ ਸਰਲ ਸ਼ਬਦਾਂ 'ਚ। ਹੁਣ ਪੌਣੇ 200 ਸਾਲ ਲਗਭਗ ਵਿੱਚ ਨਿਕਲ ਗਿਆ, ਜਿਵੇਂ ਬ੍ਰਦਰ ਪਹਿਲਾਂ ਦੱਸ ਕੇ ਬੈਠੇ ਨੇ, ਅਸੀਂ 21ਵੀਂ ਸੈਂਚੁਰੀ 'ਚ ਹਾਂ। ਹੁਣ ਮੈਂ ਇੱਕ ਸ਼ਾਰਟ ਜੀ ਗੱਲ ਦੇ ਵਿੱਚ ਤੁਹਾਨੂੰ ਮੈਂ ਸਾਰੀ ਗੱਲ ਸਰਲ ਭਾਸ਼ਾ 'ਚ ਸਮਝਾ ਦੇਣਾ। ਫਸਟ ਪ੍ਰੈਫਰੈਂਸ ਉਹਨਾਂ ਨੇ ਦਿੱਤੀ ਹੈ ਆਰਗੇਨਾਈਜ਼ਡ ਕ੍ਰਾਈਮ ਨੂੰ। ਆਰਗੇਨਾਈਜ਼ਡ ਕ੍ਰਾਈਮ ਕੀ ਹੈ? ਕਿ ਜੇ ਟੈਲੀਫੋਨ ਤੇ ਮੈਂ ਫਰੋਤੀ ਮੰਗੀ, ਕਿਸੇ ਤੋਂ 50 ਲੱਖ ਮੰਗਿਆ, ਜਾਂ ਮੈਂ ਕਿਹਾ ਮੈਂ ਤੇਰਾ ਮਰਡਰ ਕਰ ਦੇਣਾ, ਜਾਂ ਮਰਡਰ ਵੀ ਹੁੰਦਾ ਹੈ ਤਾਂ ਆਰਗੇਨਾਈਜ਼ ਤਰੀਕੇ ਨਾਲ ਵੀ ਪਹਿਲਾਂ ਉਹ ਲੋਕੇਸ਼ਨ ਪਾਤੀ ਵੀ ਉਹ ਬੰਦਾ ਫਲਾਣਾ ਹੈ। ਉਹ ਕਹਿੰਦੇ ਕਿ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਨੇ ਇਹਨਾਂ ਤੇ ਫਸਟ ਪ੍ਰੈਫਰੈਂਸ ਰਹੇਗੀ ਕਿ ਆਪਾਂ ਇਹਨਾਂ ਦੇ ਉੱਪਰ ਜਿਹੜਾ ਲਾਅ ਇਹਨੂੰ ਇੰਟਰੋਡਿਊਸ ਕਰਾਵਾਂਗੇ। ਸੈਕਿੰਡ, ਜਿਹੜਾ ਹੁਣ ਪੀਟੀ ਆਰਗੇਨਾਈਜ਼ ਕੀ ਹੈ ਕਿ ਜਿਵੇਂ ਆਪਾਂ ਨੂੰ ਮੋਸਟਲੀ ਫੋਨ ਕਾਲਸ ਆਉਂਦੇ ਨੇ ਕਿ ਜੀ ਤੁਸੀਂ ਆਪਣੀਆਂ ਕਾਰਡ ਡਿਟੇਲਸ ਦਿਓ, ਅਸੀਂ ਤੁਹਾਡਾ ਕੋਈ ਬੈਨੀਫਿਟ ਕਰ ਦਾਂਗੇ। ਸਾਨੂੰ ਉਦੋਂ ਹੀ ਸਰਪ੍ਰਾਈਜ਼ਿੰਗਲੀ ਪਤਾ ਲੱਗਦਾ ਫੈਮਿਲੀ ਮੈਂਬਰਸ ਨੂੰ ਵੀ ਸਾਡਾ ਤਾਂ ਯਾਰ ਜਿੰਨਾ ਕੁ ਪੈਸਾ ਸਾਡਾ ਕੋਈ ਪੂੰਜੀ ਸੀਗੀ ਉਹ ਤਾਂ ਪੂੰਜੀ ਖਤਮ ਹੋ ਗਈ। ਸੋ ਹੁਣ ਤੁਸੀਂ, ਮੈਂ ਸਰਲ ਸ਼ਬਦਾਂ 'ਚ ਸੁਮੀਤ ਜੀ ਕੀ ਕਹਾਂਗਾ ਕਿ ਮੇਰੇ ਹੱਥ ਦੇ ਵਿੱਚ ਆਈਪੀਸੀ ਦੀ ਕਿਤਾਬ ਹੈ। ਕੁਛ ਪ੍ਰੋਵੀਜ਼ਨਸ ਮੈਂ 2 ਉਦਾਹਰਨਾਂ ਦਿੱਤੀਆਂ ਨੇ, ਕੁਛ ਪ੍ਰੋਵੀਜ਼ਨਸ ਇਹਦੇ ਵਿੱਚ ਨਹੀਂ ਸਨ। ਹੁਣ ਜੇ ਇਹਦੇ ਵਿੱਚ ਨਹੀਂ ਸੀਗੇ ਤਾਂ ਅਸੀਂ ਉਹ ਜਿਹੜੇ ਦੋਸ਼ੀ ਨੇ ਜਿਹੜੇ ਹੁਣੇ ਆਰਗੇਨਾਈਜ਼ਡ ਕ੍ਰਾਈਮ ਕਰ ਰਹੇ ਨੇ, ਆਪਾਂ ਉਹਨਾਂ ਦੇ ਦੋਸ਼ ਕਿਵੇਂ ਤੈਅ ਕਰਾਂਗੇ? ਜਾਂ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਸਾਡੀ, ਉਹ ਉਹਨਾਂ ਨੂੰ ਫੜ ਕੇ ਉਹਨੂੰ ਸੀਆਰਪੀਸੀ ਦਾ ਪ੍ਰੋਸੈਸ ਕੋਰਟ 'ਚ ਲੈ ਕੇ ਜਾਏਗੀ, ਪਰ ਉਹਨਾਂ ਦੇ ਉੱਪਰ ਜਿਹੜਾ ਅਫੈਂਸ ਹੈ ਅਸੀਂ ਅਫੈਂਸ ਆਰਗੇਨਾਈਜ਼ਡ ਨੂੰ ਕਿਵੇਂ ਅਸੀਂ ਪਾਵਾਂਗੇ? ਸੋ ਇਹ 2 ਉਦਾਹਰਨਾਂ ਮੈਂ ਤੁਹਾਨੂੰ ਜਿਹੜੀਆਂ ਨੇ ਮੈਂ ਦਿੱਤੀਆਂ ਨੇ। ਤੀਜੀ ਫੇਅਰਨੈਸ, ਫੇਰ ਮੈਂ ਇੱਕ ਗੱਲ ਕਰਾਂਗਾ। ਇੱਕ ਇਹਨਾਂ ਨੇ ਇਹ ਕਰਤਾ ਕਿ ਮੋਸਟਲੀ ਮੈਂ ਕ੍ਰਿਮੀਨਲ ਦੀ ਵਕਾਲਤ ਕਰਦਾ, ਬੜੇ ਇਹੋ ਜਿਹੇ ਕੇਸ ਆਉਂਦੇ ਨੇ ਜਿੱਥੇ ਅਸੀਂ ਕਹਿੰਦੇ ਹਾਂ ਕਿ ਯਾਰ ਇਹ ਜਿਹੜੀ ਜਦੋਂ ਰੇਡ ਮਾਰੀ ਹੈ ਪੁਲਿਸ ਨੇ, ਜਾਂ ਮੈਂ ਇਕੱਲੇ ਪੁਲਿਸ ਨਹੀਂ, ਇਨਵੈਸਟੀਗੇਸ਼ਨ ਏਜੰਸੀ ਸੀਬੀਆਈ ਵੀ ਹੈ, ਮੋਸਟ ਸੁਪੀਰੀਅਰ ਏਜੰਸੀ ਹੈ, ਅਸੀਂ ਕਹਿੰਦੇ ਹਾਂ ਕਿ ਜੀ ਸਾਡੇ ਘਰੋਂ ਇਸ ਤਰੀਕੇ ਦੀ ਕੋਈ ਰਿਕਵਰੀ ਨਹੀਂ ਹੋਈ। ਹਰੇਕ ਹੀ ਬੰਦਾ ਜੇ ਹੋਈ ਹੋਵੇ ਤਾਂ ਹੀ ਮੁੱਕਰ ਜਾਂਦਾ, ਜੇ ਨਹੀਂ ਹੋਈ ਤਾਂ ਵੀ ਚਲੋ ਲਾ। ਹਰੇਕ ਬੰਦਾ, ਕਿਉਂਕਿ ਮੈਂ ਮਤਲਬ ਫੌਜਦਾਰੀ ਦੀ ਵਕਾਲਤ ਕਰਦਾ, ਸੋ ਮੈਨੂੰ ਇਹ ਲੱਗਦਾ ਹੈ ਕਿ ਕਈ ਕੇਸਾਂ 'ਚ ਇਹ ਲੱਗਦਾ ਸੀ ਵੀ ਰਿਕਵਰੀ ਜਿਹੜੀ ਹੈ ਇਹ ਸੱਚੀ ਮੁੱਚੀ ਜੈਨੂਅਨ ਰਿਕਵਰੀ ਨਹੀਂ ਹੈਗੀ। ਹੁਣ ਉੱਥੇ ਆ ਕੇ ਮੈਂ ਬੀਇੰਗ ਏ ਸਿਟੀਜ਼ਨ ਆਫ ਇੰਡੀਆ, ਜੇ ਮੈਂ ਪੁਲਿਸ ਤੇ ਗੱਲ ਕਰਾਂ ਤਾਂ ਮੈਨੂੰ ਉਹ ਵੀ ਚੰਗੀ ਨਹੀਂ ਲੱਗਦੀ। ਹੁਣ ਸਾਨੂੰ ਦਿਮਾਗ 'ਚ ਆਉਂਦਾ ਸੀ ਵੀ ਸ਼ਾਇਦ ਜਿਹਨੇ ਸਾਨੂੰ ਇਸ ਕੇਸ 'ਚ ਲਿਆ ਕੰਪਲੇਨਟ ਨੇ, ਸ਼ਾਇਦ ਉਹਨੇ ਹੀ ਇਹ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਨੇ। ਕਿਤੇ ਨਾ ਕਿਤੇ ਸਵਾਲ ਇਨਵੈਸਟੀਗੇਸ਼ਨ ਏਜੰਸੀ ਤੇ ਵੀ ਜਾਂਦਾ ਸੀ।
ਹੁਣ ਉਹਨਾਂ ਨੇ ਉਸ ਚੀਜ਼ ਦੀ ਫੇਅਰ ਇਨਵੈਸਟੀਗੇਸ਼ਨ ਲਈ ਕੀ ਕੀਤਾ ਹੈ ਕਿ ਜਦੋਂ ਤੁਹਾਡੇ ਘਰੇ ਰੇਡ ਵੱਜੇਗੀ ਤਾਂ ਉਹ ਕਹਿੰਦੇ ਕਿ ਬਕਾਇਦਾ ਜਦੋਂ ਸਰਚ ਕਰਾਂਗੇ ਘਰ ਨੂੰ ਤਾਂ ਉਹ ਬਕਾਇਦਾ ਸਾਰੀ ਵੀਡੀਓਗ੍ਰਾਫੀ ਜਿਹੜੀ ਉਹ ਰਿਕਾਰਡ ਕੀਤੀ ਜਾਏਗੀ ਔਰ ਉਸੇ ਵੀਡੀਓਗ੍ਰਾਫੀ ਨੂੰ ਤੁਹਾਡੇ ਕੇਸ ਪ੍ਰਾਪਰਟੀ ਦੇ ਨਾਲ ਅਟੈਚ ਕੀਤਾ ਜਾਏਗਾ। ਯਾਨੀ ਕਿ ਕੱਲ ਨੂੰ ਕੋਈ ਮੁੱਕਰਨ ਵਾਲਾ ਵੀ ਨਹੀਂ ਰਿਹਾ ਹੈਗਾ ਤੇ ਉਹਦੇ 'ਚ ਇਹ ਵੀ ਨਹੀਂ ਰਿਹਾ ਵੀ ਕੱਲ ਨੂੰ ਜਾ ਕੇ ਉਹ ਬੰਦੇ ਵਾਸਤੇ ਜੇ ਉਹ ਗਲਤ ਹੈ ਤਾਂ ਉਹਦੇ ਵਾਸਤੇ ਬਚਣਾ ਔਖਾ ਹੋ ਗਿਆ, ਜੇ ਉਹ ਸਹੀ ਹੈ ਤਾਂ ਉਹਨੂੰ ਫਿਰ ਕੋਈ ਫਸਾ ਨਹੀਂ ਸਕਦਾ ਹੈਗਾ ਇਹਦੇ ਵਿੱਚ। ਦੇਖੋ ਫੇਅਰ ਜਸਟਿਸ ਜਿਹੜਾ ਨਾ, ਜਿਹਨੂੰ ਅਸੀਂ ਤਫਤੀਸ਼ ਕਹਿੰਦੇ ਆ, ਨਰੋਲ ਸੁਥਰੀ, ਦੇਖੋ ਉਹਦੇ ਮੁਤਾਬਕ ਇਹ ਜਿਹੜੇ ਸਟੈਪਸ ਲਏ ਨੇ ਇਹ ਟਰਾਂਸਪੇਰੈਂਟ ਕੀਤਾ ਗਿਆ ਹੈ। ਇਹਦੇ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਦੱਸਦਾ ਕਿਹੜੇ ਕਿਹੜੇ ਸਟੈਪਸ ਲਏ ਗਏ ਨੇ। ਉਹਨਾਂ ਨੇ ਕਿਹਾ ਕਿ ਜਜਮੈਂਟ ਜਿਹੜੀ ਕੋਈ ਵੀ ਸਾਡੀ ਜਜਮੈਂਟ ਕੋਰਟਸ ਦੀ ਹੈ, ਸੁਮਿਤ ਜੀ ਅੱਗੇ ਕੀ ਹੁੰਦਾ ਸੀ, ਕੋਈ ਟੈਕਨੀਕਲ ਰੀਜ਼ਨਸ ਕਹਿ ਲਓ, ਕੁਛ ਕਹਿ ਲਓ, ਟੇਕ ਸਮ ਟਾਈਮ, ਕਈ ਵਾਰੀ ਮਹੀਨਾ 2 ਮਹੀਨਾ ਵੇਟ ਕਰਨੀ ਪੈਂਦੀ ਸੀ। 7 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਪਲੋਡ ਕਰਨੀ ਪਏਗੀ। ਜਿਹੜੀ ਡਿਲੀਵਰੀ ਆਫ ਜਜਮੈਂਟ ਹੈ ਉਹ ਤੁਹਾਨੂੰ 30 ਦਿਨ ਦੇ ਵਿੱਚ ਬਾਉਂਡ ਕਰਤਾ ਹੈ। ਔਰ ਪੁਲਿਸ ਨੂੰ ਹਦਾਇਤਾਂ ਕੀ ਨੇ ਕਿ ਤੁਸੀਂ ਪਰਚੇ ਤੋਂ ਲੈ ਕੇ ਡਿਜੀਟੇਸ਼ਨ ਜਿਹੜਾ ਲੈਪਟਾਪ, ਛੋਟੇ ਲੈਪਟਾਪ ਕਹਿ ਲਓ, ਟੈਬਸ ਕਹਿ ਲਓ, ਇਹ ਹੁਣ ਆਪਾਂ ਪੁਲਿਸ ਦੇ ਹੱਥ 'ਚ ਦੇਖਾਂਗੇ, ਕਿਉਂਕਿ ਅੱਗੇ ਕੀ ਹੁੰਦਾ ਸੀ, ਮਿਸਲਾਂ ਲੈ ਕੇ ਆਪਣੇ ਪੁਲਿਸ ਫਿਰਦੀ ਸੀ। ਸੋ ਹੁਣ ਉਹਨਾਂ ਨੇ ਡਿਜੀਟੇਸ਼ਨ ਕਰ ਦਿੱਤਾ ਹੈ ਵੀ ਸਾਰਾ ਆਨਲਾਈਨ, ਪਰਚੇ ਤੋਂ ਲੈ ਕੇ ਚਲਾਨ ਤੋਂ ਲੈ ਕੇ ਰੋਜ਼ ਦੀਆਂ ਜਿਮਣੀਆਂ ਉਹ ਸਾਰੀਆਂ ਆਨਲਾਈਨ ਪੈਣਗੀਆਂ। ਔਰ ਇਹਦੇ ਤੋਂ ਇਲਾਵਾ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਗੈਂਗ ਰੇਪ ਸੀ ਉਹਦੇ ਵਿੱਚ ਅੱਗੇ ਮੈਕਸਿਮਮ ਲਾਈਫ ਸੀ, ਉਹਦੇ 'ਚ ਉਹਨਾਂ ਨੇ ਹੁਣ ਜਿਹੜੀ ਕਰ ਦਿੱਤੀ ਹੈ, ਉਹ ਉਹਨਾਂ ਨੇ ਡੈਥ ਪੈਨਲਟੀ ਜਿਹੜੀ ਹੈ ਉਹ ਪੋਕਸੋ ਬੱਚਿਆਂ ਵਾਲੇ 'ਚ ਕੀਤੀ ਹੈ ਤੇ ਇਹਦੇ ਵਿੱਚ 20 ਸਾਲ ਦੀ ਸਜ਼ਾ ਜਿਹੜੀ ਗੈਂਗ ਰੇਪ ਦੇ ਵਿੱਚ ਉਹ 20 ਸਾਲ ਕਰ ਦਿੱਤੀ ਹੈ। ਔਰ ਮਜ਼ੇਦਾਰ ਤੁਹਾਨੂੰ ਇੱਕ ਗੱਲ ਦੱਸਦਾ, ਆਪਾਂ ਥੋੜਾ ਜਿਹਾ ਸਰਲ ਭਾਸ਼ਾ ਦੇ ਵਿੱਚ ਵੀ ਆਪਣੇ ਦੱਸੀਏ ਸਾਰਿਆਂ ਨੂੰ, ਜਿਹੜੇ ਵੀਰ ਭਰਾ ਸਾਨੂੰ ਸੁਣ ਰਹੇ ਨੇ ਸਾਰੇ, ਜਿਹੜੀ 302 ਹੁੰਦੀ ਸੀ ਉਹਨੂੰ ਹੁਣ 101 ਦੇ ਵਿੱਚ ਆਪਾਂ ਦੇਖਾਂਗੇ। ਜਿਹੜੀ 300 ਫੇਮਸ ਧਾਰਾ ਹੈ ਜੀ, ਜਿਹੜੀ ਚੰਗੀ ਧਾਰਾ, ਦੇਖੋ ਸਾਡੇ ਪੰਜਾਬੀ ਕਹਿ ਲਓ, ਵਰਲਡ 'ਚ ਕਹਿ ਲਓ, ਤਕਰੀਬਨ ਪੰਜਾਬੀ ਤਾਂ ਸਾਨੂੰ ਇੰਨੇ ਅਵੇਅਰਡ ਸੀ, ਸਾਨੂੰ ਆ ਕੇ ਕਹਿੰਦੇ ਹੁੰਦੇ ਸੀ ਦੇਖੋ ਵਕੀਲ ਸਾਹਿਬ 25 ਨਹੀਂ ਬਣਦੀ ਇੱਥੇ 26 ਬਣਦੀ ਸੀ। ਅੱਧੀ ਵਕਾਲਤ ਤਾਂ ਸਾਡੇ ਲੋਕਾਂ ਨੂੰ ਪਤਾ ਸੀ। ਹੁਣ ਕੀ ਹੈ ਕਿ 302 101 'ਚ ਪੜ੍ਹੀ ਜਾਏਗੀ, ਜਿਹੜੀ 306 ਸੀ ਉਹ 106 'ਚ, ਤੇ ਜਿਹੜੀ 307 ਸੀ ਉਹ 107 ਦੇ ਵਿੱਚ। ਇਹ ਧਾਰਾਵਾਂ ਜਿਹੜੀਆਂ ਨੇ ਭਾਜੀ ਸਾਰਾ ਸੈਟਅਪ ਜਿਹੜਾ ਉਹ ਚੇਂਜ ਹੋ ਚੁੱਕਿਆ ਹੈ। ਔਰ ਇਹਦੇ ਤੋਂ ਇਲਾਵਾ ਜੀ ਮੈਂ ਤੁਹਾਨੂੰ ਹੋਰ ਦੱਸਦਾ ਸਾਡੇ ਐਕਟ 'ਚ ਕੀ ਲੈ ਕੇ ਆਏ ਨੇ। ਇਹ ਲੈ ਕੇ ਆਏ ਨੇ 109 'ਚ, ਜਿੱਦਾਂ ਬ੍ਰਦਰ ਨੇ ਦੱਸਿਆ ਕਿ ਜਿਹੜਾ ਪਿੱਟੀ ਜਿਹੜੇ ਸਾਡੇ ਕ੍ਰਾਈਮਸ ਨੇ, ਆਰਗੇਨਾਈਜ਼ਡ ਕ੍ਰਾਈਮ, ਉਹ ਲੈ ਕੇ ਆਏ ਨੇ। 111 ਜਿਹੜਾ ਉਹਦੇ 'ਚ ਜਿਹੜਾ ਅਫੈਂਸਿਸ ਰਿਲੇਟਡ ਟੂ ਟੈਰਰਿਸਟ ਐਕਟ ਉਹ ਲੈ ਕੇ ਆਏ ਨੇ। 150 ਦੇ ਵਿੱਚ ਇਹ ਲੈ ਕੇ ਆਏ ਨੇ ਸੈਡੀਏਸ਼ਨ, ਜਿਹੜੀ ਹੈਗੀ ਹੈ ਤੁਹਾਡੀ ਸੋਵਰੈਂਟੀ ਦੇ ਖਿਲਾਫ, ਅਖੰਡਤਾ ਦੇ ਖਿਲਾਫ। ਜੇਕਰ ਕੋਈ ਦੇਸ਼ ਦੀ ਅਖੰਡਤਾ ਦੇ ਖਿਲਾਫ, ਇਹਦੀ ਤੁਸੀਂ ਯੂਨਿਟੀ ਤੇ ਇੰਟੀਗ੍ਰਿਟੀ ਦੇ ਖਿਲਾਫ ਗੱਲ ਕਰਦਾ ਹੈ, ਉਹਦੇ ਲਈ ਸਪੈਸ਼ਲ ਪ੍ਰੋਵੀਜ਼ਨ 150 ਦੇ ਥੱਲੇ ਅੱਡ ਲੈ ਕੇ ਆਏ ਨੇ। ਸੋ ਇਹ ਨੰਬਰ ਆਫ ਜਿਹੜੀਆਂ ਸੈਕਸ਼ਨਸ ਨੇ ਉਹ ਤਾਂ ਚੇਂਜ ਹੋਣਗੀਆਂ। ਸੋ ਇਹਦੇ ਨਾਲ ਕਿਤੇ ਨਾ ਕਿਤੇ ਜਵਾਬਦੇਹੀ ਜਿਹੜੀ ਹੈ ਪੁਲਿਸ ਨੂੰ ਇਹ ਬਾਉਂਡ ਕਰ ਦਿੱਤਾ ਗਿਆ ਹੈ ਕਿ ਤੁਸੀਂ 90 ਦਿਨ ਦੇ ਵਿੱਚ ਚਲਾਨ, FIR ਤੋਂ ਬਾਅਦ 90 ਦਿਨ ਦੇ ਵਿੱਚ ਚਲਾਨ ਦੇਣਾ ਹੀ ਦੇਣਾ। ਜਿਹੜਾ ਆਮ ਤੌਰ ਤੇ ਆਪਾਂ ਸੁਣਦੇ ਆ ਵੀ ਕਹਿੰਦੇ ਹੁੰਦੇ ਸੀਗੇ ਕਿ ਹਜੇ ਤੱਕ ਚਲਾਨ ਪੇਸ਼ ਨਹੀਂ ਹੋਇਆ ਜੀ, ਕਰੇ ਹੀ ਨਹੀਂ ਹੈਗਾ, ਉਦੋਂ ਬਾਅਦ ਚ ਉਹਨਾਂ ਦੇ ਵਾਸਤੇ ਅਲੱਗ ਕੋਰਟ ਪਹੁੰਚੀ ਜਾਂਦੇ ਹੁੰਦੇ ਸੀ ਲੋਕ, ਉਹ ਚੀਜ਼ ਫਿਰ ਖਤਮ ਹੋ ਜੂਗੀ ਇਹਦੇ ਨਾਲ? ਦੇਖੋ ਮੈਂ ਗੱਲ ਬੜੀ ਕਲੀਅਰ ਕਰਦਾ ਜੀ ਕਿ ਮੋਸਟਲੀ ਮੇਰੇ ਕੋਲ ਨੰਬਰ ਆਫ ਮਲਟੀਪਲ ਕੇਸਿਸ ਆਏ। ਪੁਲਿਸ ਦੇ ਕੋਲ ਕੀ ਹੈ, ਕਈ ਕੇਸਾਂ 'ਚ ਬੜਾ ਦੁੱਖ ਹੋਇਆ, ਕੋਈ ਬੜਾ ਮਾਮਲਾ, ਕਿਸੇ ਬੱਚੇ ਦੀ ਡੈਥ ਹੋ ਗਈ ਵਿਦਿਨ 7 ਡੇਜ਼, ਲੜਕੀ ਦੀ, ਮੋਹਾਲੀ ਤੋਂ ਲੜਕੀ ਸੀ। ਮੈਨੂੰ ਦੁੱਖ ਇਸ ਗੱਲ ਦਾ ਹੋਇਆ ਵੀ ਉਹਦੇ 'ਚ ਉਹਦੇ ਹਸਬੈਂਡ ਦੀ ਅਰੈਸਟ ਪਈ, ਰੈਸਟ ਆਫ ਫੈਮਿਲੀ ਮੈਂਬਰਸ ਨੂੰ ਪੁਲਿਸ ਨੇ ਨਹੀਂ ਲਿਆ। 304B ਦਾ ਪਰਚਾ ਰਜਿਸਟਰਡ ਕੀਤਾ ਪਟਿਆਲੇ। ਹੈਰਾਨੀ ਵਾਲੀ ਗੱਲ ਇਹ ਹੋਈ ਹੈ ਵੀ ਇੱਕ ਬੰਦੇ ਦੀ ਅਰੈਸਟ ਪਈ, ਹੋਰ ਕਿਸੇ ਦਾ ਨਾਮ ਨਹੀਂ। ਪੁਲਿਸ ਨੇ ਬੈਨੀਫਿਟ ਸਿੱਧਾ ਅਕਿਊਜ਼ਡ ਨੂੰ ਦਿੱਤਾ ਔਰ ਜਿਹੜਾ ਚਲਾਨ ਪੇਸ਼ ਕਰਨਾ ਸੀ 90 ਦਿਨ, ਉਹ ਚਲਾਨ ਪੇਸ਼ ਨਹੀਂ ਕੀਤਾ ਤੇ 167 ਤੋਂ ਉਹਦੇ 'ਚ ਜਿਹੜਾ ਬੈਨੀਫਿਟ ਮਿਲਦਾ, ਡਿਫਾਲਟ ਬੇਲ ਅਸੀਂ ਉਹਨੂੰ ਬੋਲਦੇ ਹਾਂ, ਉਹਦਾ ਬਾਈ ਡਿਫਾਲਟ ਬੋਲ ਜਿਹੜਾ ਸੀ ਬੇਲ ਸੀ, ਉਹਦਾ ਬੈਨੀਫਿਟ ਸਿੱਧਾ ਉਹਦੇ ਹਸਬੈਂਡ ਨੂੰ ਗਿਆ। ਹੁਣ ਮੈਂ ਗੱਲ ਕਰਦਾ ਕਿ ਉਹਦੇ 'ਚ ਉਹਨਾਂ ਨੇ ਕੀ ਪ੍ਰੋਵੀਜ਼ਨ ਕਰਤਾ ਕਿ ਜੇਕਰ ਤੁਸੀਂ 90 ਦਿਨਾਂ 'ਚ ਨਹੀਂ ਕਰ ਸਕਦੇ ਤਾਂ ਇਹ ਡਿਸਕ੍ਰਿਸ਼ਨ ਆਫ ਕੋਰਟ ਹੋਏਗੀ ਕਿ ਕੋਰਟ ਤੁਹਾਨੂੰ ਐਕਸਟੈਂਸ਼ਨ 180 ਦਿਨਾਂ ਦੀ ਦਿੰਦੀ ਹੈ ਕਿ ਨਹੀਂ ਦਿੰਦੀ। ਇਹ ਪੁਆਇੰਟ 90 ਮਤਲਬ ਇਹ ਕੋਰਟ ਹੀ ਡਿਸਾਈਡ ਕਰੇਗੀ। ਇੱਕ ਪੁਆਇੰਟ ਤੇ ਇਹ ਹੋਇਆ ਜੀ। ਸੈਕੰਡ ਜਿਹੜਾ ਇੱਕ ਵਧੀਆ ਪੁਆਇੰਟ ਇੱਕ ਜਿਹੜਾ ਮੈਨੂੰ ਲੱਗਿਆ ਹੈ ਇਸ ਨਵੇਂ ਬਿਲਸ ਦੇ ਵਿੱਚ, ਕਿ ਜਿਹੜੇ ਮੰਨ ਲਓ ਕੁਝ ਲੋਕ ਅੱਜ ਮੇਰੇ ਨਾਲ ਠੱਗੀ ਮਾਰ ਗਏ, ਭਾਵੇਂ ਉਹ ਵੱਡੇ ਅਕਿਊਜ਼ਡ ਨੇ, ਦੋਸ਼ੀ ਨੇ, ਕੋਈ ਵੱਡਾ ਜੁਰਮ ਕਰਕੇ ਸਾਡੇ ਇਸ ਮੁਲਕ ਤੋਂ ਉਹ ਬਾਹਰ ਨਿਕਲ ਗਏ, ਭਾਵੇਂ ਕਿਸੇ ਮੁਲਕ 'ਚ ਚਲੇ ਗਏ। ਹੁਣ ਤੱਕ ਕੀ ਸੀ ਵੀ ਉਹਨੂੰ PO ਕਾਰਵਾਈਆਂ ਪੈ ਰਹੀਆਂ ਨੇ, PO ਡਿਕਲੇਅਰ ਹੋ ਜਾਏਗਾ, ਫਾਈਲ ਜਿਹੜੀ ਹੈ ਉਹ ਸਿਰਫ ਮੈਜਿਸਟ੍ਰੇਟ ਦੇ ਕੋਲ ਹੀ ਕੰਸਾਈਨ ਰੂਮ ਦੇ ਵਿੱਚ ਚਲੇ ਜਾਏਗੀ। ਹੁਣ ਇਹਨਾਂ ਨੇ ਕੀ ਕਰਤਾ ਕਿ ਨਹੀਂ,
ਜਿਹੜਾ ਬੈਸਟ ਪਾਰਟ ਹੈ ਕਿ ਉਹਦੇ ਖਿਲਾਫ ਬਕਾਇਦਾ ਟ੍ਰਾਇਲ ਵੀ ਚੱਲੇਗਾ, ਐਕਸ ਪਾਰਟੀ ਟ੍ਰਾਇਲ ਤੇ ਐਕਸ ਪਾਰਟੀ ਕਨਵਿਕਸ਼ਨ ਸਜ਼ਾ, ਸੋ ਉਹਨੂੰ ਸਜ਼ਾ ਵੀ ਸੁਣਾਈ ਜਾਏਗੀ। ਯਾਨੀ ਕਿ ਜੇ ਸਜ਼ਾ ਹੋਗੀ ਕੱਲ੍ਹ ਨੂੰ ਉਹਨੂੰ ਤਾਂ ਚਾਹੇ ਉਹ ਕਿਸੇ ਦੇਸ਼ ਚਾਹੇ ਕਿਸੇ ਥਾਂ 'ਤੇ ਉਹਨੂੰ ਆਉਣਾ ਹੀ ਪਊਗਾ ਵਾਪਸ, ਯਾਨੀ ਕਿ ਜਾਂ ਫਿਰ ਉਹ ਦੇਸ਼ ਵਾਪਸ ਉਹਨੂੰ ਭੇਜੂਗਾ। ਮੈਂ ਇਹਦੇ ਵਿੱਚ ਇੱਕ ਚੀਜ਼, ਮੈਂ ਜਿੱਥੇ ਬੜੀਆਂ ਹੀ ਸੋਹਣੀਆਂ ਚੀਜ਼ਾਂ ਮਤਲਬ ਮੈਨੂੰ ਉਹਦੇ ਵਿੱਚ ਪ੍ਰੋਵੀਜ਼ਨਸ ਅਸੀਂ ਪੜ੍ਹੇ ਤੇ ਸਾਡੀ ਟੀਮ ਬੜੀ, ਸਾਨੂੰ ਆਪਸ 'ਚ ਇੱਕ ਬੜਾ ਸੋਹਣਾ ਲੱਗਿਆ ਯਾਰ ਵੀ ਕੁਛ ਨਵੀਂ ਚੀਜ਼, ਹਮੇਸ਼ਾ ਕੁਛ ਨਵੀਂ ਉਮੀਦ ਲੈ ਕੇ ਆਉਂਦੀ ਹੈ ਜੋ ਸਾਨੂੰ ਲੱਗਦਾ ਜੀ। ਮੈਨੂੰ ਉਮੀਦ ਸੀ ਵੀ ਕਿਉਂਕਿ ਬੇਅਦਬੀਆਂ ਦਾ ਮਾਮਲਾ ਪੰਜਾਬ 'ਚ ਬਹੁਤ ਵੱਡੇ ਲੈਵਲ ਦੇ ਉੱਪਰ ਅਸੀਂ ਵੀ ਪੁੱਟ ਅਪ ਕੀਤਾ, 295 ਦੇ ਵਿੱਚ ਸਾਨੂੰ ਉਮੀਦ ਸੀ ਵੀ ਇਹਨਾਂ ਬਿਲਸ ਦੇ ਵਿੱਚ, ਕਿਉਂਕਿ ਸਾਡਾ ਮੁਲਕ ਜਿਹੜਾ ਹੈ ਉਹ ਰਿਲੀਜੀਅਸ ਮਾਈਂਡਡ ਲੋਕ ਜਿਹੜੇ ਨੇ ਮੋਸਟਲੀ ਅਸੀਂ ਇੱਥੇ ਰਹਿ ਰਹੇ ਹਾਂ, ਤੇ ਮੈਨੂੰ ਲੱਗਦਾ ਵੀ ਜੇਕਰ ਅਸੀਂ ਜੁਆਇਨਿੰਗ ਮੁਲਕਾਂ ਦੀ ਗੱਲ ਕਰੀਏ ਪਾਕਿਸਤਾਨ ਇਹਨਾਂ ਅਰਬ ਕੰਟਰੀਜ਼ ਦੀ, ਉੱਥੇ ਡੈਥ ਪਲੰਟੀ ਦਾ ਪ੍ਰੋਵੀਜ਼ਨ ਹੈ, ਪਰ ਇਸ ਵਾਰੀ ਮੈਨੂੰ ਉਮੀਦ ਸੀ ਵੀ ਸ਼ਾਇਦ 295 ਦੇ ਵਿੱਚ ਵੀ ਸ਼ਾਇਦ ਹੋਏ। ਹਾਂ, ਇੱਕ ਚੀਜ਼ ਮੈਂ ਕਵਰ ਕਰ ਲੈਣਾ, ਜਿਹੜਾ ਸੈਕਸ਼ਨ 150 ਇੰਟਰੋਡਿਊਸ ਕਰਵਾਇਆ ਹੈ ਦੈਟ ਇਜ਼ ਵਿਦ ਰਿਗਾਰਡ ਕਿ ਸਵਰੈਨਿਟੀ, ਇੰਟੀਗ੍ਰਿਟੀ, ਯੂਨਿਟੀ ਆਫ ਦੀ ਕੰਟਰੀ, ਸਟੇਟ ਕਹਿ ਲਈਏ, ਉਹਦੇ 'ਚ ਜੇਕਰ ਤੁਸੀਂ ਕੋਈ ਬੰਦਾ ਇੰਟੈਂਸ਼ਨਲੀ ਇਸ ਕਰਕੇ ਵੀ ਯਾਰ ਵੀ ਇਸ ਮੁਲਕ ਨੂੰ ਪਾੜਨਾ ਹੈ, ਜੇਕਰ ਕਿਸੇ ਧਾਰਮਿਕ ਸਥਾਨ ਦੇ ਉੱਪਰ ਕਰੇਗਾ ਤੇ ਸੈਕਸ਼ਨ 150 ਦੇ ਵਿੱਚ ਉਹ ਬੰਦਾ ਵੀ ਜਿਹੜਾ ਕਵਰ ਹੋਏਗਾ। ਇੱਕ ਮੈਂ ਲਾਸਟ ਦੇ ਵਿੱਚ ਮੈਂ ਜ਼ਰੂਰ ਜਿਹੜਾ ਮੈਨੂੰ, ਕਿਉਂਕਿ ਅਸੀਂ ਬਿਲਸ ਗੋ ਥਰੂ ਕੀਤੇ ਨੇ, ਇੱਕ ਸਾਨੂੰ ਜਿਹੜੀ ਮੋਸਟ ਪ੍ਰੋਬਲਮ ਆਉਂਦੀ ਸੀਗੀ FSL ਜਿਹੜੀਆਂ ਫੋਰੈਂਸਿਕ ਸਾਇੰਸ ਲੈਬੋਰਟਰੀਜ਼, ਉਹ ਕੱਲੀ ਖਰੜ ਸੀਗੀ, ਮੋਸਟਲੀ ਲੋਕ ਜਿਹੜੇ ਉੱਥੇ ਸੀ, ਉਹ ਉਹਨਾਂ ਨੇ ਹੋਰ ਫੇਅਰ ਇਨਵੈਸਟ ਉਹਦੇ ਕਰਨ ਲਈ ਉਹਨਾਂ ਨੇ ਡਿਸਟ੍ਰਿਕਟ ਵਾਈਜ਼ ਜਿਹੜੀਆਂ ਨੇ ਉਹ ਐਸਟੈਬਲਿਸ਼ ਕਰਤੀਆਂ ਨੇ। ਸੋ ਉਹਦੇ ਨਾਲ ਵੀ ਮੈਨੂੰ ਲੱਗਦਾ ਵੀ ਸਾਨੂੰ ਕਾਫੀ ਜ਼ਿਆਦਾ ਸਾਨੂੰ ਜਿਹੜਾ ਹੈ ਉਹ ਬੈਨੀਫਿਟ ਜਿਹੜਾ ਹੈ ਸਾਨੂੰ ਉਹ ਨਜ਼ਰ ਆਏਗਾ। ਪਰ ਇਹਦੇ 'ਚ ਇੱਕ ਚੀਜ਼ ਹੋਰ ਹੈ ਕਿ ਜਿਹੜੇ ਆਮ ਤੌਰ ਤੇ ਅਸੀਂ ਕ੍ਰਾਈਮ, ਜਿਵੇਂ ਕਿਹਾ ਵੀ ਚਲੋ ਉਦੋਂ ਦੇ ਸਮੇਂ ਦੇ ਹਿਸਾਬ ਦੇ ਨਾਲ ਉਦੋਂ ਦੀਆਂ ਚੀਜ਼ਾਂ ਸੀ, ਉਦੋਂ ਤੱਕ ਖੈਰ ਕੈਮਰੇ ਵਾਲਾ ਮੋਬਾਈਲ ਵੀ ਨਹੀਂ ਸੀ ਹੁੰਦਾ, ਵੀ ਹੁਣ ਅੱਜ ਕੱਲ੍ਹ ਹਰ ਇੱਕ ਕੋਈ ਕਿਸੇ ਦੀਆਂ ਫਿਲਮਾਂ ਬਣਾ ਲਈਆਂ ਮਾੜੇ ਤਰੀਕੇ ਦੇ ਨਾਲ, ਚੰਗੇ ਵੀ ਤੇ ਮਾੜੇ ਤਰੀਕੇ ਦੇ ਨਾਲ ਵੀ ਲੋਕ ਉਹ ਕਰੀ ਜਾਂਦੇ ਨੇ। ਇਹ ਚੀਜ਼ਾਂ ਨੂੰ ਯਾਨੀ ਕਿ ਹੁਣ ਦਾ ਨਜ਼ਰੀਆ ਜਾਂ ਹੁਣ ਦੇ ਜੋ ਵੀ ਕੇਸ ਰਿਪੋਰਟ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖ ਕੇ ਬਣਾਈਆਂ ਜੀ। ਦੇਖੋ ਉਹਨਾਂ ਨੇ, ਮੈਂ ਤੁਹਾਨੂੰ ਇੱਕ ਚੀਜ਼ ਇਹ ਦੱਸਦਾ ਜੀ, ਜਿਹੜਾ ਇੰਡੀਅਨ ਸਾਡਾ ਹੈਗਾ ਨਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ, ਜਿਹਨੂੰ ਅਸੀਂ IT ਐਕਟ ਬੋਲਦੇ ਹਾਂ, ਉਹਨੂੰ ਹਜੇ ਟੱਚ ਨਹੀਂ ਕੀਤਾ, NDPS ਨੂੰ ਟੱਚ ਨਹੀਂ ਕੀਤਾ, HMA ਐਜ਼ ਇਟ ਇਜ਼ ਪਿਆ ਹੈ। ਦੇਖੋ ਸਾਡਾ ਜੋ ਸਿਸਟਮ ਸੀ ਸੁਮੀਤ ਜੀ, ਉਹਦੇ ਮੁਤਾਬਕ ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਨੂੰ ਬੜਾ ਕਲੈਰਿਟੀ ਕਰ ਦਵਾਂ, ਉਹਦੇ ਮੁਤਾਬਕ ਹਜੇ ਜਿਹੜੀਆਂ ਸੋਧਾਂ ਨੇ ਉਹ IPC ਦੀਆਂ ਤੇ CRPC 'ਚ ਆਈਆਂ ਨੇ। ਦੇਖੋ ਸਾਨੂੰ ਇਹ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਜਿਹੜੇ ਐਕਟ IT ਦੇ ਨੇ, ਜਿੱਦਾਂ ਫੋਨ ਵਾਲੇ ਮਾਮਲੇ ਨੇ, ਹੋਰ ਮਾਮਲੇ ਨੇ, ਮੇਬੀ ਉਹਨਾਂ ਦੇ ਵਿੱਚ ਵੀ ਅਸੀਂ ਆਸ ਕਰਾਂਗੇ ਵੀ ਕੋਈ ਨਾ ਕੋਈ ਸੋਧਾਂ ਜਿਹੜੀਆਂ ਨੇ ਉਹ ਆਉਣਗੀਆਂ। ਇਹਦੇ ਤੋਂ ਇਲਾਵਾ ਦੇਖੋ ਮੈਂ ਇੱਕ ਚੀਜ਼ ਜਿਹੜੀ ਇੱਥੇ ਸਾਡੀ ਹੋਰ ਬਣਦੀ ਹੈ ਦੱਸਣੀ, ਕੋਈ ਵੀ ਪੁਲਿਸ ਅਫਸਰ, ਸਿਵਲ ਸਰਵੈਂਟ, ਉਹਨਾਂ ਨੇ ਇੱਕ ਡੀਮਡ ਸੈਂਕਸ਼ਨ ਇੱਕ ਵਰਡ ਦਿੱਤਾ ਹੈ, ਜੇਕਰ ਕੋਈ ਬੰਦਾ ਵਿਦਿਨ 120 ਡੇਜ਼ ਕੋਈ ਬੰਦਾ ਇਹਨਾਂ ਆਫੀਸਰਸ ਦੇ ਵਿੱਚ ਕੋਈ ਦੋਸ਼ੀ ਆ ਗਿਆ ਤਾਂ ਉਹ ਅੱਗੇ ਕੀ ਹੁੰਦਾ ਸੀ, ਉਹਦੀ ਸੈਂਕਸ਼ਨਿੰਗ ਨੂੰ ਟਾਈਮ ਬਹੁਤ ਲੱਗ ਜਾਂਦਾ ਸੀ, ਉਹਦੀ ਸੈਂਕਸ਼ਨ ਲੈਣੀ ਪੈਂਦੀ ਸੀ। ਹੁਣ ਉਹਨਾਂ ਨੇ ਨਿਰਧਾਰਤ ਕਰਤੀ ਵੀ ਡੀਮਡ ਸੈਂਕਸ਼ਨ 120 ਡੇਜ਼ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਯਕੀਨੀ ਬਣਾਈ ਜਾਏਗੀ। ਸੋ ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਇਸ ਚੈਨਲ ਰਾਹੀਂ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਕਿ ਜਿੱਥੇ ਕਾਨੂੰਨ ਵੀ ਬਣ ਗਏ ਨੇ, ਸਾਰੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਮੈਨੂੰ ਲੱਗਦਾ ਭਾਜੀ ਕਿ ਕਿਤੇ ਨਾ ਕਿਤੇ ਜਿਹੜਾ ਸਪੀਡੀ ਟ੍ਰਾਇਲਸ ਨੇ ਨਾ ਉਹ ਵੀ ਕਿਤੇ ਨਾ ਕਿਤੇ ਕਰਨਾ ਪਏਗਾ, ਕਿਉਂਕਿ ਲਿਟੀਗੈਂਟਸ ਜਿਹੜੇ ਲੱਖਾਂ ਕੇਸ ਨੇ, ਦੇਖੋ ਸੈਕਸ਼ਨਸ ਇਕੱਲੇ ਬਦਲਣ ਨਾਲ, ਸਜ਼ਾਵਾਂ ਵੱਧ ਕਰਨ ਨਾਲ ਮਸਲੇ ਹੱਲ ਨਹੀਂ ਹੋਣੇ। ਸੋ ਕਿਤੇ ਨਾ ਕਿਤੇ ਬਾਕੀ ਹਜੇ ਅਸੀਂ ਐਕਟ, ਕਿਉਂਕਿ ਇਹ ਲਗਭਗ ਜੀ ਮਹੀਨਾ ਲੱਗੇਗਾ ਇਹਨਾਂ ਨੂੰ ਥਾਰੋਲੀ ਪੜ੍ਹਨ ਲਈ, ਪਰ ਜਿੰਨਾ ਕੁ ਅਸੀਂ ਦੇਖਿਆ ਸਪੀਡੀ ਟ੍ਰਾਇਲਸ ਜਿਹੜੀਆਂ CRPC ਦੀਆਂ ਸਾਡੀਆਂ ਕੋਰਟਸ ਨੇ ਉਹਦੇ ਵਿੱਚ ਕੋਈ ਮੋਟੇ ਤੌਰ ਤੇ ਦੇਖਣ 'ਚ ਨਹੀਂ ਆਇਆ। ਸੋ ਜਦੋਂ ਤੱਕ ਸਾਡੇ ਦੇਸ਼ ਦੇ ਵਿੱਚ ਟ੍ਰਾਇਲਸ ਨੂੰ ਟਾਈਮ ਬਾਉਂਡ ਮੈਨਰ ਦੇ ਨਾਲ ਨਾ ਕੀਤਾ ਜਾਏਗਾ, ਉਦੋਂ ਤੱਕ ਕਿਤੇ ਨਾ ਕਿਤੇ ਜਿਹੜੇ ਲਿਟੀਗੈਂਟਸ ਨੇ ਉਹ ਖੱਜਲ ਖੁਆਰ ਹੋਣਗੇ। ਔਰ ਆਪਾਂ ਥੋੜ੍ਹਾ ਜਿਹਾ ਜਿਹੜਾ ਮੈਂ ਇਹਦੇ 'ਚ ਡਿਸਕਸ ਕਰਨਾ ਚਾਹੁੰਦਾ ਕਿ ਇਹਦੇ ਜਿਹੜੇ ਡਰਾਬੈਕਸ ਨੇ, ਦੇਖੋ ਐਕਟ ਬਣ ਜਾਏਗਾ, ਐਟਲੀਸਟ ਮੈਨੂੰ ਲੱਗਦਾ ਕਿ ਸਾਨੂੰ 6 ਮਹੀਨੇ ਦਾ ਸਮਾਂ ਸਾਰਿਆਂ ਨੂੰ ਦੇਣਾ ਚਾਹੀਦਾ, ਕਿਉਂਕਿ ਜੱਜਿਸ, ਐਡਵੋਕੇਟ, ਬਦਲ ਗਿਆ, ਪੁਲਿਸ ਸਾਰਿਆਂ ਨੂੰ ਅਵੇਅਰ ਕਰਨਾ, ਕਿਉਂਕਿ ਹੁਣ ਦੇਖੋ ਸਾਨੂੰ ਥਾਣਿਆਂ 'ਚ ਪਤਾ ਹੈ ਵੀ ਮੁਨਸ਼ੀਆਂ ਤੱਕ ਸੈਕਸ਼ਨਾਂ ਦਾ ਪਤਾ ਹੁੰਦਾ ਹੈ। ਹੁਣ ਇਹ ਦੁਬਾਰਾ ਜਿਹੜੇ ਐਕਟ ਆਏ ਨੇ, ਸੋ ਇੱਕ ਤਾਂ ਇਹ ਸਾਰਾ 6 ਮਹੀਨੇ ਦਾ ਸਮਾਂ ਦੇਣ ਤਾਂ ਕਿ ਅਸੀਂ ਇਹ ਸਾਰੇ ਸੈਟਅਪ ਨੂੰ ਚਲਾ ਸਕੀਏ, ਦੇਖ ਸਕੀਏ, ਕਿਉਂਕਿ ਸਿਸਟਮ ਜਿਹੜਾ ਹੈ ਉਹ ਇਹ 3-4 ਧੁਰਾਂ ਨੇ ਹੀ ਚਲਾਉਣਾ ਹੈ ਕ੍ਰਿਮੀਨਲ ਜਸਟਿਸ ਦਾ। ਦੂਜਾ ਇੱਕ ਡਰਾਬੈਕ ਆਏਗਾ ਜਿਹੜੇ PCS ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਤਾਂ ਬਿਲਕੁਲ ਸਮੀਤ ਜੀ ਇਹ ਕਹਿ ਲਓ ਕਿ ਪਹਿਲੇ ਚੈਪਟਰ ਤੋਂ ਕੰਮ ਸ਼ੁਰੂ ਹੋ ਜਾਏਗਾ। ਜਿਹੜੇ 5-5 ਸਾਲ ਦੇ ਬੱਚੇ, ਕਿਸੇ ਨੇ ਅਟਾਰਨੀ ਬਣਨਾ ਹੈ, ਕਿਸੇ ਨੇ ਜੱਜ ਦੀ ਤਿਆਰੀ ਕਰਨੀ ਹੈ, ਕਿਸੇ ਦਾ ਕੋਈ ਹੈਗਾ, ਸੋ ਕਿਤੇ ਨਾ ਕਿਤੇ ਪਰ ਅਸੈਪਟ ਕਰਾਂਗੇ, ਕਿਉਂਕਿ ਚੇਂਜਿਸ ਜਦੋਂ ਆਉਂਦੀਆਂ ਨੇ
ਤਾਂ ਉਹ ਕੁਛ ਨਾ ਕੁਛ ਨਾਲ ਲੈ ਕੇ ਆਉਂਦੀ ਹੈ। ਇਹ 'ਚ ਜਿਹੜੇ ਪੁਰਾਣੇ ਚੱਲ ਰਹੇ ਨੇ, ਸਪੋਜ਼ ਕਰੋ ਜੇ ਜਿਵੇਂ ਕਿਸੇ ਵੀ ਤਰੀਕ ਨੂੰ ਜਦੋਂ ਇਹ ਲਾਗੂ ਹੋ ਜਾਣਗੇ, ਚਾਲੂ ਪਾਸ ਹੋ ਜਾਂਦੇ ਨੇਗੇ, ਤਾਂ ਉਦੋਂ ਬਾਅਦ ਦੇ ਵਿੱਚ ਜਿਹੜੇ ਅੱਜ ਕੇਸ ਰਜਿਸਟਰ ਹੋ ਰਹੇ ਨੇ ਜਾਂ ਪਹਿਲਾਂ ਹੋਏ ਹੋਏ ਨੇ, ਚੱਲ ਰਹੇ ਨੇ, ਟ੍ਰਾਇਲ ਚੱਲ ਰਹੇ ਨੇ, ਉਹਨਾਂ ਦਾ ਕੀ ਬਣੂਗਾ ਫਿਰ? ਉਹ ਨਵੇਂ ਤਰੀਕੇ ਦੇ ਨਾਲ ਕਰਨਗੇ ਜਾਂ ਪੁਰਾਣੇ ਵਾਲੇ ਦੇ ਨਾਲ, ਉਹ ਕਮ ਸੇ ਕਮ ਪੁਰਾਣੇ ਵਾਲੇ ਨਾਲ ਡੀਲ ਹੋਣਗੇ? ਦੇਖੋ ਗੱਲ ਬੜੀ ਕਲੀਅਰ ਹੈ ਕਿ ਜਿਸ ਦਿਨ ਇਨਫੋਰਸ ਹੋ ਜਾਏਗਾ ਉਹ, ਮਤਲਬ ਤੁਸੀਂ ਕਹਿ ਲਓ ਵੀ ਉਹਨੂੰ ਪਾਸ ਹੋ ਜਾਂਦਾ ਹੈ ਉੱਪਰ ਅਪਰ ਹਾਊਸ, ਫਿਰ ਪ੍ਰੈਜ਼ੀਡੈਂਟ ਆਫ ਇੰਡੀਆ ਉਹਨੂੰ ਫਾਈਨਲੀ ਬਿੱਲ ਨੂੰ ਅਪਰੂਵਲ ਦੇ ਦੇਣਗੇ, ਤਾਂ ਉਸ ਤੋਂ ਪਹਿਲਾਂ ਦੇ ਜਿਹੜੇ ਅਫੈਂਸ ਨੇ, ਉਸ ਦਿਨ ਤੋਂ ਪਹਿਲਾਂ ਦੇ ਅਫੈਂਸ ਉਹ ਬਕਾਇਦਾ ਆਈਪੀਸੀ ਇੰਡੀਅਨ ਐਵੀਡੈਂਸ ਐਕਟ ਜਾਂ ਸੀਆਰਪੀਸੀ ਦੇ ਪ੍ਰੋਵੀਜ਼ਨਸ ਦੇ ਨਾਲ ਹੀ ਜਿਹੜੇ ਨੇ ਉਹ ਟ੍ਰਾਇਲ ਵੀ ਚਲਾਏ ਜਾਣਗੇ ਤੇ ਉਹ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਮਤਲਬ ਟਰੀਟ ਕੀਤਾ ਜਾਏਗਾ। ਉਸ ਤੋਂ ਬਾਅਦ ਵਾਲੇ ਜਿਹੜੇ ਹੋਣਗੇ ਉਹ ਉਹਨਾਂ ਨੂੰ ਉਸ ਫਰਦਰ ਜਿਹੜੇ ਨੇ ਉਹ ਜਿਹੜੇ ਨਵੇਂ ਪ੍ਰੋਵੀਜ਼ਨਸ ਜਿਹੜੇ ਆਪਾਂ ਡਿਸਕਸ ਕੀਤੇ ਨੇ ਉਹ ਉਹਨਾਂ ਦੇ ਨਾਲ ਹੀ ਫਿਰ ਫਰਦਰ ਜਿਹੜੇ ਨੇ ਉਹ ਟ੍ਰਾਇਲ ਜਿਹੜੇ ਨੇ ਉਹ ਚਲਾਏ ਜਾਣਗੇ। ਇਹਦੇ 'ਚ ਮੈਂ ਲਾਸਟ ਦੇ ਵਿੱਚ ਮੈਂ ਇੱਕ ਗੱਲ ਮੈਂ ਜ਼ਰੂਰ ਸਮੀਤ ਜੀ ਕਹਾਂਗਾ ਕਿ ਨੋਟਬੰਦੀ ਹੋਈ ਸੀ ਨਾ, ਡੀਮੋਨੀਟਾਈਜੇਸ਼ਨ, ਮੈਨੂੰ ਕੱਲ ਪਰਸੋਂ ਜਦੋਂ ਪਤਾ ਲੱਗਿਆ ਤਾਂ ਮੈਨੂੰ, ਕਿਉਂਕਿ ਅਸੀਂ ਲਾਇਰਸ ਹਾਂ, ਸਾਡੀ ਤੁਹਾਨੂੰ ਪਤਾ ਆਫਿਸ ਸਾਰੇ ਲਾਇਬ੍ਰੇਰੀਜ਼ ਦੇ ਇਹਨਾਂ ਦੀ ਹੁੰਦੇ ਨੇ, ਇਹਨਾਂ ਦੀ ਪਛਾਣੀ ਹੋਈ ਹੁੰਦੀ, ਇਹਨਾਂ ਦੀ ਪਛਾਣੀ ਹੈ। ਸੋ ਮੈਨੂੰ ਸੁਮਿਤ ਜੀ ਇਹ ਲੱਗਿਆ ਕਿ ਯਾਰ ਜਿਹੜੇ ਇਹ ਬੁੱਕਸ ਨੇ ਜਾਂ ਲਾਇਬ੍ਰੇਰੀਜ਼ ਨੇ, ਜਿਵੇਂ ਨੋਟਬੰਦੀ 'ਚ 500 ਦਾ ਜੇਬ 'ਚ ਪਾਇਆ ਨੋਟ, ਐਂ ਲੱਗਿਆ ਵੀ ਨੋਟ ਕਾਗਜ਼ ਏ, ਤਾਂ ਕਿਤੇ ਨਾ ਕਿਤੇ ਹਾਂ ਮੈਨੂੰ ਇਹ ਲੱਗਿਆ ਵੀ ਸਾਡੀਆਂ ਬੁੱਕਸ ਹੁਣ ਨਵੀਆਂ ਆਉਣਗੀਆਂ, ਪਰ ਇਹ ਵੀ ਨੈਕਸਟ ਜਨਰੇਸ਼ਨਸ ਵਾਸਤੇ ਇਹ ਸਾਡਾ ਜਿਹੜਾ ਗਿਆਨ ਹੈ ਇਹ ਇੱਕ ਖਜ਼ਾਨਾ ਬਣ ਕੇ ਉਹਨਾਂ ਦੀ ਜਿਹੜੀ ਹੈਲਪ ਕਰੇਗਾ। ਸੋ ਉਮੀਦ ਕਰਦੇ ਹਾਂ ਵੀ ਜਿਹੜੀਆਂ ਚੇਂਜਸ ਆ ਰਹੀਆਂ ਨੇ ਇਹ ਕੁਛ ਨਾ ਕੁਛ ਸਮਾਜ 'ਚ ਕੁਛ ਨਾ ਕੁਛ ਪੋਜ਼ਿਟਿਵ ਲੈ ਕੇ ਆਉਣ। ਸੋ ਨਵੀਆਂ ਚੀਜ਼ਾਂ, ਨਵੀਂ ਚੇਂਜ, ਕੁਛ ਨਾ ਕੁਛ ਨਵੀਂ ਉਮੀਦ ਹੀ ਹਮੇਸ਼ਾ ਖੜੀ ਕਰਦੀ ਹੈ। ਸੋ ਹੋਪ ਫॉर ਦੀ ਬੈਸਟ। ਜਿਹੜੇ ਜੇ ਗੱਲ ਕਰ ਲਈਏ, ਕਿਉਂਕਿ ਸਾਡੇ ਦੇ ਵੀ ਉਰੇ ਯੂਪੀ ਤੋਂ ਬਾਅਦ ਗੈਂਗਸਟਰਾਂ ਵਾਲਾ ਚੱਲਣ ਜ਼ਿਆਦਾ ਹੋ ਗਿਆ, ਜਿਹੜੇ ਬਾਹਰ ਨੇ ਗੈਂਗਸਟਰ, ਉਹਨਾਂ ਦੇ ਪਰਚੇ ਉਰੇ ਰਜਿਸਟਰ ਨੇ, ਉਹਨਾਂ ਨੂੰ ਕੋਈ ਇਸ ਚੀਜ਼ ਦਾ ਇਫੈਕਟ ਪਊਗਾ ਕਿ ਜਿਵੇਂ ਤੁਸੀਂ ਕਿਹਾ ਵੀ ਉਰੇ ਉਹ ਐਕਸਪਰਟੀ ਸਜ਼ਾ ਹੋ ਜਾ ਕਰੂ, ਸਜ਼ਾ ਦਾ ਟੈਕਨੀਕਲੀ ਫਿਰ ਉਹਨਾਂ ਨੂੰ ਉੱਥੇ ਜੇ ਕਹੀਏ ਕਿ ਕੀ ਦਿੱਕਤਾਂ ਪਰੇਸ਼ਾਨੀਆਂ ਖੜੀਆਂ ਹੋਣਗੀਆਂ ਜਦੋਂ ਕੋਈ ਬੰਦਾ ਜਿਵੇਂ ਉਰੇ ਸਜ਼ਾ ਹੋ ਜਾਂਦਾ ਹੈ, ਉਹ ਬੰਦਾ ਬਾਹਰ ਹੈ, ਜਿੰਨਾ ਚਿਰ ਤਾਂ ਉਹਦੇ ਤੇ ਕੇਸ ਹੀ ਨਹੀਂ ਚੱਲਦਾ ਸੀ, ਟ੍ਰਾਇਲ ਹੀ ਨਹੀਂ ਚੱਲਦਾ ਸੀ, ਪੀਓ ਹੁੰਦਾ ਸੀਗਾ ਤਾਂ ਗੱਲ ਵੱਖਰੀ ਸੀ, ਸਜ਼ਾ ਹੋਣ ਤੋਂ ਬਾਅਦ ਦਾ ਕੀ ਫਰਕ ਪੈ ਜਾਂਦਾ ਬਾਹਰ? ਦੇਖੋ ਮੈਂ ਦੱਸਦਾ, ਸਾਡੇ ਕੋਲ ਨੰਬਰ ਆਫ ਕੇਸਿਸ ਸਮੀਜੇ ਹੁੰਦੇ ਨੇ। ਦੇਖੋ ਜਦੋਂ ਕੋਈ ਬੰਦਾ ਪੀਓ ਡਿਕਲੇਅਰ ਹੋ ਜਾਂਦਾ ਨਾ, ਉਹ ਪਤਾ ਕੀ ਕਹਿੰਦਾ ਹੈ ਕਿ ਚਲੋ ਕੋਈ ਗੱਲ ਨਹੀਂ ਯਾਰ, ਪੀਓ ਹੋ ਗਏ, ਆਪਾਂ 5-7 ਸਾਲ ਬਾਅਦ ਆਵਾਂਗੇ, ਪੀਓ ਆਰਡਰ ਨੂੰ ਚੈਲੰਜ ਕਰ ਲਾਂਗੇ, ਆਪਾਂ ਇਹ ਕਹਿ ਦਾਂਗੇ ਜੀ ਅਸੀਂ ਸਰੈਂਡਰ ਕਰਨ ਨੂੰ ਤਿਆਰ ਹਾਂ। ਸੋ ਸਾਡਾ ਪੀਓ ਕੇਸ ਖੋਲ੍ਹ ਕੇ ਫਿਰ ਕੇਸ ਫੇਰ ਜ਼ੀਰੋ ਤੋਂ ਸ਼ੁਰੂ ਹੋਊਗਾ। ਹੁਣ ਬੈਨੀਫਿਟ ਕੀ ਹੋਏਗਾ ਕਿ ਤੁਸੀਂ ਜੇਕਰ ਭੱਜ ਗਏ ਤਾਂ ਤੁਹਾਡੀ ਗੈਰ ਹਾਜ਼ਰੀ 'ਚ ਤੁਹਾਨੂੰ ਮੈਕਸਿਮਮ ਸਜ਼ਾ ਕਿੰਨੀ ਹੈ ਕਿਸੇ 'ਚ, ਮੰਨ ਲਓ ਉਹਨੂੰ ਕੈਪੀਟਲ ਪਨਿਸ਼ਮੈਂਟ ਡੈਥ ਪੈਨਲਟੀ ਹੈ ਕਿਸੇ ਕੇਸ 'ਚ, ਤਾਂ ਜਦੋਂ ਤੁਸੀਂ ਉਹਨੂੰ ਪਲੀਡ ਹੀ ਨਹੀਂ ਕੀਤਾ ਤਾਂ ਤੁਹਾਡੇ ਤੇ ਹੋ ਸਕਦਾ ਸੀ ਜੇ ਪਲੀਡ ਕਰਦੇ ਹੋ 7 ਸਾਲ ਹੁੰਦੀ, ਹੁਣ ਉਹ ਡੈਥ 'ਚ ਹੀ ਆਊਗੀ। ਸੋ ਨੁਕਸਾਨ ਇਹ ਹੋਊਗਾ ਕਿ ਅੱਗੇ ਤਾਂ ਆਪਾਂ ਪੀਓ ਆਰਡਰ ਤੜਾ ਲੈਂਦੇ ਸੀ, ਹੁਣ ਇਹਦਾ ਨੁਕਸਾਨ ਇਹ ਹੋਊਗਾ ਕਿ ਜੇ ਡੈਥ ਪੈਨਲਟੀ ਹੋਗੀ ਉਹਨੂੰ ਅਪਰ ਕੋਰਟ 'ਚ ਜਾ ਕੇ ਚੈਲੰਜ ਕਰ ਸਕਦੇ ਹੋ, ਪਰ ਉਹ ਸਜ਼ਾ ਤੁਸੀਂ, ਔਰ ਕੋਰਟਸ ਵੀ ਜਿਹੜੀਆਂ ਅਪਰ ਕੋਰਟਸ ਨੇ, ਹਾਇਰ ਕੋਰਟਸ ਨੇ, ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰਦੀਆਂ ਕਿ ਥੱਲੇ ਜਦੋਂ ਤੂੰ ਅਪਰਚੁਨਿਟੀ ਤੈਨੂੰ ਮਿਲੀ, ਜਦੋਂ ਤੂੰ ਉਹ ਵੇਲ ਨਹੀਂ ਕੀਤੀ ਤਾਂ ਹੁਣ ਤੇਰਾ ਇਹ ਬਣਦਾ। ਸੋ ਇਹ ਕਿਤੇ ਨਾ ਕਿਤੇ ਅਸੀਂ ਇਹ ਕਹਿ ਲਈਏ ਕਿ ਜਿਹੜੇ ਸਾਡਾ ਸਿਸਟਮ ਦੇ ਵਿੱਚ ਕੀ ਸੀ ਕਿ ਅੱਧ ਤੋਂ ਜ਼ਿਆਦਾ ਪੀਓਸ ਕਰਕੇ ਫਾਈਲਾਂ ਜਦੋਂ ਮਰ ਜਾਂਦਾ ਕੋਈ ਉਹਨੂੰ ਮੋਰਚਰੀ 'ਚ ਸੁੱਟ ਦਿੱਤਾ ਜਾਂਦਾ ਹੈ, ਉੱਦਾਂ ਹੀ ਕੰਸਾਈਨਡ ਰੂਮ 'ਚ ਚਲੇ ਜਾਂਦੀਆਂ ਸੀ। ਉਹ ਕਿਤੇ ਨਾ ਕਿਤੇ ਜਿਹੜੇ ਸਾਡੇ ਟ੍ਰਾਇਲਸ ਨੇ, ਜੱਜਿਸ ਨੇ, ਉਹਨਾਂ ਨੂੰ ਕੰਪਲੀਟ ਕਰਨਗੇ ਐਕਸਪਰਟ। ਤੇ ਉਹ ਜਿਹੜਾ ਕੋਈ ਜੇ 'ਚ ਪਤਾ ਹੋਵੇ ਤੁਹਾਨੂੰ ਕਿ ਜੇ ਜਿਹੜਾ ਹੁਣ ਬੰਦਾ ਬਾਹਰ ਬੈਠਾ ਉਰੇ ਸਜ਼ਾ ਹੋ ਗਈ ਉਹਨੂੰ, ਤੇ ਉੱਥੋਂ ਲਿਆਉਣ ਨੂੰ ਲੈ ਕੇ ਜਿਹੜਾ ਉਹ ਇੱਕ ਪ੍ਰੋਸੀਜਰ ਅਲੱਗ ਹੈਗਾ, ਉਹਦੇ ਤੇ ਕੋਈ ਫਰਕ ਪਏਗਾ? ਦੇਖੋ ਇੰਟਰਪੋਲ ਰਾਹੀਂ ਤਾਂ ਦੇਖੋ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਉਹ ਅਲੱਗ ਚੱਲਣਗੀਆਂ, ਪਰ ਸਮ ਟਾਈਮ ਭਾਜੀ ਬੰਦੇ ਅਬਸਕੌਂਡ ਹੋ ਜਾਂਦੇ ਨੇ, ਬੰਦਿਆਂ ਦਾ ਪਤਾ ਨਹੀਂ ਲੱਗਦਾ, ਜਿਹਨੂੰ ਆਪਾਂ ਮਿਸਿੰਗ 'ਚ ਕਹਿ ਦਈਏ। ਹੁਣ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਪੁਲਿਸ ਜਿਹਦਾ ਰੈੱਡ ਤੁਹਾਨੂੰ ਪਤਾ ਕਾਰਨਰ ਜਿਹੜਾ ਜਾਰੀ ਕਰਦੇ ਨੇ, ਹੋਰ ਪ੍ਰੋਵੀਜ਼ਨਸ ਵੀ ਨੇ, ਪਰ ਐਜ਼ ਪਰ ਜਿਹੜਾ ਇਹ ਕੀਤਾ, ਦੇਖੋ ਹੁਣ ਜੇ ਮੈਂ ਕਿਤੇ ਅਪਰਾਧ ਕੀਤਾ ਹੈ, ਮੈਨੂੰ ਪਤਾ ਯਾਰ ਮੈਂ ਇਹਨੂੰ ਕਨਕਲੂਡ ਕਰਕੇ ਜਾਵਾਂ, ਜੇ ਮੈਂ ਭੱਜ ਗਿਆ ਹੁਣ ਪੀਓ ਹੀ ਨਹੀਂ ਹੋਊਗਾ, ਜੇ ਮੈਨੂੰ ਜਿੰਨੀ ਮੈਕਸਿਮਮ ਸਜ਼ਾ ਹੈ, ਦੇਖੋ ਐਦਾਂ ਤਾਂ ਉਮੀਦ ਇਹ ਵੀ ਹੋ ਸਕਦਾ ਮੈਂ ਬਰੀ ਹੋ ਜਾਵਾਂ, ਤਾਂ ਜੇ ਮੈਕਸਿਮਮ ਸਜ਼ਾ ਹੋਗੀ ਫਿਰ ਮੇਰਾ ਕੀ ਹੋਊਗਾ? ਸੋ ਲੋਕੀ ਇਹਦੇ ਨਾਲ, ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਕਟੌਤੀ ਆਏਗੀ, ਲੋਕੀ ਐਦਾਂ ਅਫੈਂਸ ਕਰਕੇ ਭੱਜਣਗੇ ਨਹੀਂ ਭੱਜਣਗੇ। ਜੇ ਇਹਦੇ 'ਚੋਂ ਵੱਡੇ ਕੇਸਾਂ ਨੂੰ ਆਪਾਂ ਚਲੋ ਛੱਡ ਦਈਏ ਵੀ ਜਿਹ 'ਚ ਆ ਜਾਂਦਾ ਵੀ ਕਹਿੰਦਾ ਮਤਲਬ ਮਰਡਰ ਹੋ ਗਿਆ, ਹੋਰ ਹੋ ਗਿਆ, ਜਿਹੜੇ ਆਮ ਹਲਕੇ ਕੇਸ, ਜਿਹਨੂੰ ਹਲਕੇ ਕੇਸਾਂ ਤੋਂ ਭਾਵ ਇਹ ਕਿ ਜਿਹੜੇ ਆਮ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਕਰ ਬੈਠਦਾ, ਜਿਹੜੀ ਮੈਂ ਸਟਾਰਟਿੰਗ 'ਚ ਗੱਲ ਕਹੀ ਸੀ, ਉਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਿੰਨੀਆਂ ਕੁ ਦਿੱਕਤਾਂ ਹੁਣ ਖੜੀਆਂ ਹੋਣਗੀਆਂ? ਕਿਉਂਕਿ ਪਹਿਲਾਂ ਹੁੰਦਾ ਇਹ ਸੀ ਵੀ ਬਾਅਦ 'ਚ ਸਮਝੌਤਿਆਂ ਤੱਕ ਗੱਲ ਵਗ ਗਈ, ਚਲੋ ਉਹ ਤਾਂ ਸ਼ਾਇਦ ਹੁਣ ਅੱਗੇ ਵੀ ਕੋਈ ਪ੍ਰੋਵੀਜ਼ਨ ਰਹੇ ਹੋ, ਤੁਸੀਂ ਦੱਸ ਦਿਓ। ਬਾਕੀ ਰਹੀ ਗੱਲ ਕਿ ਗਲਤ ਕਿਸੇ ਨਾਲ ਕੋਈ ਕਰਕੇ ਕੋਈ ਗਲਤ ਕੱਲ੍ਹ ਨੂੰ ਸੋਚੂਗਾ ਵੀ ਮੈਂ ਨਹੀਂ ਜੀ ਕੱਲ੍ਹ ਨੂੰ ਛੁੱਟ ਜੂੰਗਾ, ਉਹ 'ਚ ਰਸਤੇ ਬੰਦ ਹੋ ਗਏ ਨੇ। ਦੇਖੋ ਮੈਨੂੰ ਇਹ ਲੱਗਦਾ ਕਿ
ਜੇਕਰ ਆਪਾਂ ਗੱਲ ਕਰੀਏ ਨਾ ਵੀ ਆਪਾਂ ਕੰਪਰੋਮਾਈਜ਼ ਦੀ, ਪਹਿਲੀ ਗੱਲ ਤਾਂ ਇਹ, ਜੇਕਰ ਆਪਾਂ ਮਾਈਨਰ ਅਫੈਂਸ ਦੀ ਵੀ ਗੱਲ ਕਰੀਏ ਤਾਂ ਦੇਖੋ ਸਾਡੇ ਇਸ ਮੁਲਕ ਦੇ ਵਿੱਚ ਜੇਕਰ ਕੋਈ ਬੰਦਾ ਅਫੈਂਸ ਕਰਦਾ ਹੈ ਤਾਂ ਬੇਸਿਕ ਉਹਦੀ ਇਹ ਡਿਊਟੀ ਬਣਦੀ ਹੈ ਵੀ ਉਹ ਫਸਟ ਇਨਵੈਸਟੀਗੇਸ਼ਨ ਏਜੰਸੀ ਨੂੰ ਕੋਆਪਰੇਟ ਕਰੇ। ਉਸ ਤੋਂ ਬਾਅਦ ਕੋਆਪਰੇਟ ਕਰਨ ਤੋਂ ਬਾਅਦ ਆਈਦਰ ਭਾਵੇਂ ਉਹ ਮਾਣਯੋਗ ਕੋਰਟ ਦੇ ਵਿੱਚੋਂ ਬੇਲ ਲੈਣ, ਉਸ ਤੋਂ ਬਾਅਦ ਉਹ ਟ੍ਰਾਇਲ ਫੇਸ ਕਰਨ, ਫਿਰ ਉਹਨਾਂ ਦੀ ਇਹ ਚਾਹੀਦਾ ਹੈ ਕਿ ਉਹਦੇ ਚੋਂ ਟ੍ਰਾਇਲ ਚੋਂ ਬਰੀ ਹੋਣ। ਹੁਣ ਕੁਝ ਬੰਦਿਆਂ ਦੀ ਜਿਹੜੀ ਮੈਲਾਫਾਈਡ ਇੰਟੈਂਸ਼ਨ ਹੈ ਉਹਨਾਂ ਦੀ ਕੀ ਹੁੰਦੀ, ਉਹਨਾਂ ਨੇ ਕੀ ਸਮਝ ਲਿਆ ਸਾਡੇ ਮੁਲਕ ਨੂੰ, ਉਹਨਾਂ ਨੇ ਇਹ ਸਮਝ ਲਿਆ ਕਿ ਆਪਾਂ ਇੱਥੇ ਫੈਂਸ ਕਰੋ, ਫਟਾਫਟ ਆਪਣੀਆਂ ਟਿਕਟਸ ਕਰੋ ਅਰੇਂਜ, ਇੱਥੇ ਟ੍ਰਾਇਲ ਨੂੰ ਤਾਂ ਕੁਝ ਸਮਝਿਆ ਹੀ ਨਹੀਂ। ਟ੍ਰਾਇਲ ਤਾਂ ਉੱਥੇ ਹੀ, ਜਿਹੜਾ ਸਾਡੀ ਕੋਰਟ ਸੀਗੀ ਉਹ ਤਾਂ ਉੱਥੇ ਹੀ ਰਹਿ ਗਈ। ਸੋ ਉਹ ਬੰਦੇ ਮੋਸਟਲੀ ਬਾਹਰ ਚਲੇ ਜਾਂਦੇ ਸੀ। ਹੁਣ ਜਦੋਂ ਬਾਹਰ ਚਲੇ ਜਾਂਦੇ ਸੀ ਉੱਥੇ ਉਹਨੂੰ ਲੱਗਦਾ ਸੀ ਵੀ ਹੁਣ ਅਸੀਂ ਸੇਫ ਹਾਂ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਅਫੈਂਸ ਤਾਂ ਮਾਈਨਰ ਜਿਹੀ ਸੀ, ਕੋਈ ਏਡੀ ਖਾਸ ਗੱਲ ਨਹੀਂ, ਜੋ ਵੱਧ ਤੋਂ ਵੱਧ 2-3 ਸਾਲ ਤੋਂ ਘੱਟ ਤਾਂ ਸਾਡੇ ਸਜ਼ਾ ਦਾ ਪ੍ਰੋਵੀਜ਼ਨ ਹੀ ਨਹੀਂ ਨਾ ਹੈਗਾ। ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਜਿਹੜੀ ਟ੍ਰਾਇਲ ਕੋਰਟ ਹੈ ਉਹਦੇ ਕੋਲ ਪਾਵਰਸ ਨੇ। ਸੋ ਉੱਥੇ ਇਹਨਾਂ ਨੂੰ ਬੈਠਿਆਂ ਨੂੰ ਲੱਗਦਾ ਸੀ ਵੀ ਅਸੀਂ ਕੋਈ ਚੰਗੇ ਲਾਇਰਸ ਅਪਾਇੰਟ ਕਰ ਲਾਂਗੇ, ਉਹ ਪੀ ਆਰਡਰ ਨੂੰ ਚੈਲੰਜ ਕਰ ਲੈਣਗੇ, ਪਹਿਲਾਂ ਪੀ ਆਰਡਰ ਤੜਵਾ ਲੈਣਗੇ, ਫਿਰ ਅਸੀਂ ਕਹਾਂਗੇ ਕਿ ਸਾਡੀ ਮੇਨ ਪਾਰਟੀ ਦੇ ਨਾਲ ਕੰਪਰੋਮਾਈਜ਼ ਹੋ ਗਿਆ। ਹੁਣ ਉਹਨਾਂ ਵਾਸਤੇ ਜਿਹੜਾ ਰਸਤਾ ਹੈ, ਸੁਮੀਤ ਜੀ ਤੁਹਾਡੇ ਸਵਾਲ ਦਾ ਡਾਇਰੈਕਟ ਜਵਾਬ ਦੇਵਾਂਗਾ, ਉਹਨਾਂ ਵਾਸਤੇ ਰਸਤਾ ਜਿਹੜਾ ਹੈ ਉਹ ਟਫ ਹੋ ਜਾਏਗਾ ਇਹਨਾਂ ਕਾਨੂੰਨਾਂ ਦੇ ਨਾਲ, ਕਿਉਂਕਿ ਉਹ ਕਹਿੰਦੇ ਕਿ ਅਸੀਂ ਐਕਸ ਪਾਰਟੀ ਟ੍ਰਾਇਲ ਵੀ ਉਹਦੇ ਖਿਲਾਫ ਚਲਾਵਾਂਗੇ ਤੇ ਅਸੀਂ ਐਕਸ ਪਾਰਟੀ ਨੂੰ ਕਨਵਿਕਸ਼ਨ ਵੀ ਕਰਾਂਗੇ। ਮੰਨ ਲਓ ਸਜ਼ਾ 3 ਸਾਲ ਹੋ ਗਈ, ਤਾਂ ਜਦੋਂ ਉਹ ਬੰਦਾ ਹੁਣ ਬਾਹਰੋਂ ਆਉਣ ਇੰਡੀਆ ਬਾਰੇ ਸੋਚੇਗਾ ਤਾਂ ਉਹਨੂੰ ਫਸਟ ਪਹਿਲਾਂ ਸਰੈਂਡਰ ਕਰਨਾ ਪਏਗਾ ਤੇ ਪਹਿਲਾਂ ਉਹਨੂੰ ਜੇਲ੍ਹ 'ਚ ਜਾਣਾ ਹੀ ਪਏਗਾ। ਜੇਲ੍ਹ 'ਚ ਜਾ ਕੇ ਇਹ ਵੀ ਠੀਕ ਹੈ ਵੀ ਫਿਰ ਅਗਲੀ ਰੈਮੇਡੀ ਵੀ ਹੋਏਗੀ ਵੀ ਉਹ ਅਪੀਲ ਪਾ ਸਕੇਗਾ। ਉਹ ਅਗਲੀ ਫਿਰ ਇਹੀ ਹੈ ਵੀ ਤੁਸੀਂ 1/3 ਕੱਟੀਏ, ਤੁਸੀਂ ਕਿੰਨੇ ਮਹੀਨਿਆਂ ਦੀ ਕਸਟਡੀ ਹੈ, ਫਿਰ ਉਹਦੀ ਸਸਪੈਂਸ਼ਨ ਹੋਏਗੀ ਸੈਂਟੈਂਸ ਦੀ, ਫਿਰ ਉਹਨੂੰ ਰਿਲੀਜ਼ ਕੀਤਾ ਜਾ ਸਕੇਗਾ। ਸੋ ਨਟਸ਼ਲ ਇਹ ਵੇ ਵੀ ਭਾਵੇਂ ਅਫੈਂਸ ਮਾਈਨਰ ਹੈ, ਜੇਕਰ ਮਾਈਨਰ ਅਫੈਂਸ ਹੈ ਤਾਂ ਡਿਊਟੀ ਬਣਦੀ ਹੈ ਵੀ ਮਾਈਨਰ ਅਫੈਂਸ ਹੈ ਅਸੀਂ ਪ੍ਰੋਪਰਲੀ ਡੀਲ ਕਰੀਏ, ਤੇ ਜੇ ਅਫੈਂਸ ਵੱਡਾ ਹੈ, ਜਿਵੇਂ ਹੁਣ ਬੜੇ ਇਹੋ ਜਿਹੇ ਲੋਕ ਨੇ ਜਿਹੜੇ ਇਹ ਸੋਚ ਕੇ ਬੈਠੇ ਨੇ ਵੀ ਅਸੀਂ ਇੰਡੀਆ ਦੇ ਵਿੱਚ ਅਸੀਂ ਕੋਈ ਅਫੈਂਸ ਕਰਕੇ ਗਏ ਹਾਂ, ਅਸੀਂ ਆਰਾਮ ਨਾਲ ਬਾਹਰ ਬੈਠੇ ਹਾਂ, ਇਹ ਉਹਨਾਂ ਵਾਸਤੇ ਵੀ ਜਿਹੜਾ ਰਸਤਾ ਹੈ ਟਫ ਹੋ ਜਾਣਾ, ਕਿਉਂਕਿ ਐਕਸ ਪਾਰਟੀ ਟ੍ਰਾਇਲ ਵੀ ਹੋਣਾ, ਕਨਵਿਕਸ਼ਨਸ ਵੀ ਹੋਣੀਆਂ ਨੇ। ਜੇ ਕਨਵਿਕਸ਼ਨਸ ਹੋ ਗਈਆਂ, ਜਿਵੇਂ ਬ੍ਰਦਰ ਨੇ ਡੈਥ ਪੈਨਲਟੀ ਤੱਕ ਦਾ ਜ਼ਿਕਰ ਕੀਤਾ, ਜਾਂ ਵਿੱਚ ਤੁਸੀਂ ਕਹ ਲਓ ਵੀ 20 ਸਾਲਾਂ ਕੋਈ ਕਿਸੇ ਨੂੰ ਸਜ਼ਾ ਹੋ ਗਈ, ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋ ਗਈ, ਤਾਂ ਉਹਦੇ 'ਚ ਇੰਟਰਪੋਲ ਦੇ ਜ਼ਰੀਏ ਸਾਨੂੰ ਉਹ ਬੰਦਾ ਲਿਆਉਣਾ ਜ਼ਿਆਦਾ ਸੌਖਾ ਹੋ ਜਾਏਗਾ। ਇਹਦੇ ਨਾਲ ਇੱਕ ਚੀਜ਼ ਤੁਸੀਂ ਜੋੜ ਲਿਓ ਨਾਲ, ਹਾਂ ਜੋੜ ਲਿਓ, ਪਰ ਉਹਦੇ ਨਾਲ ਮੇਰੀ ਵੀ ਗੱਲ ਦਾ ਰੱਖ ਲਿਓ ਕਿ ਜ਼ਿਆਦਾਤਰ ਜੇ ਦੇਖੀਏ ਕਿ ਜਿਹੜੇ ਅਣਜਾਣੇ 'ਚ ਵੀ ਚੀਜ਼ਾਂ ਹੋ ਜਾਂਦੀਆਂ ਸੀਗੀਆਂ, ਅਗਲੇ ਨੂੰ ਬੜਾ ਹਲਕਾ ਜਿਹਾ ਲੱਗਦਾ ਸੀ ਵੀ ਕੋਈ ਗੱਲ ਨਹੀਂ ਯਾਰ ਇਹ ਕਰਕੇ ਕੱਲ੍ਹ ਨੂੰ ਛੁੱਟ ਜਾਾਂਗੇ ਅਸੀਂ, ਯਾਨੀ ਕਿ ਹੁਣ ਤਾਂ ਝੂਠ ਦੀ ਵੀ ਸਜ਼ਾ ਹੈ ਕਿਤੇ ਨਾ ਕਿਤੇ। ਨਹੀਂ, ਮੈਂ ਇਹ ਨਹੀਂ ਕਹਾਂਗਾ, ਇਹ ਰੋਂਗਲੀ ਇੰਟਰਪ੍ਰੀਟ ਹੋ ਜਾਊਗਾ, ਮਿਸ ਇੰਟਰਪ੍ਰੀਟ ਹੋ ਜਾਊਗਾ। ਦੇਖੋ, ਜੇ ਕੋਈ ਇਨੋਸੈਂਟ ਬੰਦਾ ਕਿਸੇ ਕੇਸ 'ਚ ਫਸ ਗਿਆ ਤਾਂ ਜਿਹੜੀ ਤੁਹਾਡੀ ਡਿਫੈਂਸ ਹੈ ਉਹਦਾ ਤਾਂ ਰਾਈਟਸ ਐਜ਼ ਇਟ ਇਜ਼ ਹੀ ਹੈ। ਇਹ ਨਹੀਂ ਹੈਗਾ ਵੀ ਕੋਈ ਤੁਹਾਡਾ ਨਾਮ ਆ ਗਿਆ ਤਾਂ ਤੁਹਾਨੂੰ ਸਜ਼ਾ ਹੋਣੀ ਹੈ। ਨੋ, ਜੇ ਤੁਹਾਡਾ ਰੋਲ ਘੱਟ ਹੈ ਤਾਂ ਤੁਹਾਡਾ ਜਿਹੜਾ ਡਿਫੈਂਸ ਹੈ ਉਹ ਬਿਲਕੁਲ ਪਲੀਡਿੰਗਸ ਫੇਅਰ ਚੱਲਣਗੀਆਂ। ਇਹ ਇੱਕ ਸਿਰਫ ਸੈਟਅਪ ਹੈ ਜੀ। ਸੋ ਇਹ ਕਿਤੇ ਵੀ ਨਹੀਂ ਲਿਖਿਆ ਕਿ ਜੇ ਤੁਹਾਨੂੰ ਸਜ਼ਾ ਜਿਹੜੀ ਉਹ ਪੱਕੀ ਹੈ, ਇੱਦਾਂ ਦਾ ਨਹੀਂ। ਉਹ ਇਹ ਕਹਿੰਦੇ ਨੇ ਕਿ ਜੇ ਤੁਸੀਂ ਇਨੋਸੈਂਟ ਹੋ ਤਾਂ ਇੱਥੇ ਰਹਿ ਕੇ ਪ੍ਰੂਵ ਕਰੋ, ਤੁਸੀਂ ਵਿੱਚੋਂ ਛੱਡ ਕੇ ਨਹੀਂ ਭੱਜਣਾ ਚੋਰਾਂ ਵਾਂਗੂ। ਸੋ ਇੱਕ ਸਵਾਲ ਤੁਸੀਂ ਪੁੱਛਿਆ ਸੀ ਕੰਪਰੋਮਾਈਜ਼ ਬਾਰੇ। ਦੇਖੋ, ਕੰਪਰੋਮਾਈਜ਼ ਬਾਰੇ ਵੀ ਜਿੱਦਾਂ 420 ਨੇ, ਸਾਡੇ ਸੈਕਸ਼ਨਸ ਨੇ ਜਿਹੜੇ ਤੁਸੀਂ ਇਹ ਕਹਿ ਲਓ ਕਿ ਹੀਨੀਅਸ ਕ੍ਰਾਈਮ ਨੂੰ ਛੱਡ ਕੇ 302, 307, 306, 304B ਹੈ ਨਾ, 304A ਈਵਨ, ਹੁਣ ਅੱਜ ਕੱਲ੍ਹ ਹਾਈ ਕੋਰਟਸ ਇਹਨਾਂ ਦੇ ਉੱਪਰ ਕੰਪਰੋਮਾਈਜ਼ ਦੇ ਬੇਸ 'ਤੇ ਕੁਐਸਚਨਸ ਨਹੀਂ ਕਰ ਰਹੀ। ਬਾਕੀ ਜਿਹੜੀ ਕੰਪਰੋਮਾਈਜ਼ ਹੈ ਉਹ ਐਜ਼ ਇਟ ਇਜ਼ ਆਉਣ ਵਾਲੇ ਸਮੇਂ 'ਚ ਵੀ ਕੋਰਟਸ ਐਪਰੀਸ਼ੀਏਟ ਕਰਨਗੀਆਂ। ਖੈਰ ਦੇਖੀਏ ਤਾਂ ਢਾਂਚਾ ਜਦੋਂ ਬਦਲਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਜਦੋਂ ਆਉਣਗੀਆਂ ਤਾਂ ਉਹ ਤੁਹਾਡੇ ਨਾਲ ਰੱਖਾਂਗੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਇਹ ਫਸਟ ਸਟੈਪ ਹੈ ਕਿ ਜਦੋਂ ਇਹ 3 ਕਾਨੂੰਨਾਂ ਨੂੰ ਲੈ ਕੇ ਗੱਲ, ਜਾਂ ਕਹੀਏ ਕਿ 3 ਬਿੱਲਾਂ ਨੂੰ ਲੈ ਕੇ ਗੱਲ ਆਈ, ਤਾਂ ਉਹਦੇ ਵਿੱਚ ਇੱਕ ਗੱਲ ਤਾਂ ਸਮਝੀ ਜਾ ਸਕਦੀ ਹੈ ਵੀ ਅੱਗੇ ਹੁੰਦਾ ਕੀ ਸੀ ਵੀ ਕਿਸੇ ਛੋਟੀ ਬੱਚੀ ਦੇ ਨਾਲ ਕੋਈ ਗਲਤ ਕੰਮ ਹੋ ਗਿਆ, ਉਹ ਲੋਕ ਸੋਚਦੇ ਤੇ ਯਾਰ ਇਹਨੂੰ ਜਿਹੜਾ ਕਿ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਹ ਫਾਂਸੀ ਹੁਣ ਦਿੱਤੀ ਜਾ ਸਕੂਗੀ ਕਿਉਂਕਿ ਕੋਰਟ ਨੇ ਅੱਗੇ ਕੋਰਟ ਕੋਲ ਪ੍ਰੋਵੀਜ਼ਨਾਂ ਹੋਣਗੀਆਂ। ਦੂਜੇ ਪਾਸੇ ਇਹ ਵੀ ਗੱਲ ਹੈ ਕਿ ਕਈ ਵਾਰ ਅਣਜਾਣੇ 'ਚ, ਜਿਵੇਂ ਕਹਿੰਦੇ ਹੁੰਦੇ ਆ ਵੀ ਜਾਣੇ ਜਾਂ ਅਣਜਾਣੇ 'ਚ ਵੀ ਜੇਕਰ ਤੁਸੀਂ ਗਲਤੀ ਕਰਦੇ ਹੋ ਤੇ ਉਹ ਕੱਲ੍ਹ ਨੂੰ ਤੁਸੀਂ ਪ੍ਰੂਫ, ਜਿਵੇਂ ਕਿ ਵਕੀਲ ਸਾਹਿਬ ਨੇ ਦੱਸਿਆ ਕਿ ਆਪਦੇ ਹੱਕ 'ਚ ਡਿਫੈਂਸ 'ਚ ਨਹੀਂ ਕਰ ਪਾਉਂਗੇ ਤਾਂ ਫਿਰ ਸਜ਼ਾ ਹੋਊਗੀ। ਬਾਕੀ ਜਦੋਂ ਤੁਸੀਂ ਆਪਦੇ ਆਪ ਨੂੰ ਸਹੀ ਪ੍ਰੂਫ ਕਰਦੇ ਹੋ ਤਾਂ ਫਿਰ ਉਹ ਤੱਕ ਚਾਹੇ ਕੋਈ ਵੀ ਅਪਰਾਧ ਹੋਵੇ, ਜੇ ਤੁਸੀਂ ਸਹੀ ਹੋ ਤਾਂ ਉਹਦੇ ਵਿੱਚ ਬਚਣ ਦੇ ਰਾਹ ਹੁੰਦੇ ਨੇਗੇ। ਵੀਡੀਓ ਜਰਨਲਿਸਟ ਜਤਿਨ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।